ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਖਾਸ ਮਸਲੇ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਤਿੰਨ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੇਗੀ। ਸਭ ਤੋਂ ਪਹਿਲਾਂ ਜਿਸ ਦੇ ਉੱਤੇ ਡੱਲਾ ਸਾਹਿਬ ਦਾ ਪ੍ਰਤੀਕਰਮ ਲੈਣਾ ਹੈ ਉਹ ਹੈ ਕਿਸਾਨ ਜਥੇਬੰਦੀਆਂ ਦੇ ਅਗਲੇਰੇ ਫੈਸਲੇ। ਕਿਸਾਨ ਜਥੇਬੰਦੀਆਂ ਫਿਰ ਤੋਂ ਫਾਰਮ ਦੇ ਵਿੱਚ ਨਜ਼ਰ ਆਈਆਂ ਨੇ, ਨਵੇਂ ਐਲਾਨ ਕੀਤੇ ਨੇ। ਕੀ ਐਲਾਨ ਨੇ ਤੇ ਉਹਨਾਂ ਦਾ ਪ੍ਰਭਾਵ ਕੀ ਹੈ, ਇਸ ਤੇ ਚਰਚਾ ਕਰਾਂਗੇ। ਲੋਕ ਸਭਾ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਤੇ ਕਿਸਾਨ ਅੰਦੋਲਨ ਨੂੰ ਲੈ ਕੇ, ਕੀ ਕੁਝ ਉਹਨਾਂ ਨੇ ਕਿਹਾ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਪ੍ਰਿਯੰਕਾ ਗਾਂਧੀ ਮਹਾਪੰਚਾਇਤ ਉੱਤਰ ਪ੍ਰਦੇਸ਼ ਦੇ ਵਿੱਚ ਕਰ ਰਹੀ ਹੈ, ਉਸ ਦੇ ਵਿੱਚ ਵੀ ਵੱਡੇ ਸਿਆਸੀ ਹਮਲੇ ਨੇ ਜੋ ਭਾਜਪਾ ਦੇ ਉੱਤੇ ਕੀਤੇ ਨੇ, ਇਸ ਤੇ ਵੀ ਵਿਚਾਰ ਚਰਚਾ ਰਹੇਗੀ। ਉਧਰ ਭਾਜਪਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ, ਉਸ ਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਮਸਲਿਆਂ ਤੇ ਵੱਲ ਵਧਦੇ ਹਾਂ। ਬਹੁਤ ਸਵਾਗਤ ਹੈ ਜੀ। ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਜੋ ਕਿਸਾਨ ਜਥੇਬੰਦੀਆਂ ਦੇ ਵੱਖੋ ਵੱਖਰੇ ਐਲਾਨ ਨੇ ਉਹ ਜ਼ਰੂਰ ਪਹਿਲਾਂ ਆਪਾਂ ਦੱਸ ਦਈਏ ਕਿ ਕਿਹੋ ਜਿਹੇ ਐਲਾਨ ਜੋ ਕਿਸਾਨ ਜਥੇਬੰਦੀਆਂ ਨੇ ਫਿਰ ਫਾਰਮ ਦੇ ਵਿੱਚ ਆਉਂਦੇ ਹੋਏ ਦਿੱਤੇ ਨੇ। ਦੇਖੋ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਲੋਕ ਸਭਾ 'ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਬਹੁਤ ਵੱਡੇ ਮਤਲਬ ਨੇ ਔਰ ਪ੍ਰਧਾਨ ਮੰਤਰੀ ਨੇ ਇੱਕ ਤਰੀਕੇ ਨਾਲ ਇਹ ਕਹਿਤਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਇੰਤਜ਼ਾਰ ਕਰ ਰਹੇ ਹਾਂ। ਇਹ ਤੁਹਾਡੇ ਸਵਾਲ ਦੇ ਉੱਤੇ ਮੈਂ ਇਹਦਾ ਵਿਸਥਾਰ ਵੀ ਜ਼ਰੂਰ ਕਰਨਾ ਚਾਹੂੰਗਾ। ਔਰ ਪ੍ਰਿਯੰਕਾ ਗਾਂਧੀ ਨੇ ਵੀ ਨਵੀਂ ਤਰ੍ਹਾਂ ਦੀ ਸਿਆਸਤ ਕੀਤੀ ਹੈ, ਉਹਦੇ ਤੇ ਵੀ ਗੱਲ ਕਰੂੰਗਾ। ਮਸਲਾ ਸਿਆਸੀ ਵੀ ਹੋ ਗਿਆ, ਕਿਸਾਨ ਅੰਦੋਲਨ ਦੇ ਨਾਲ ਕਿਸਾਨ ਮੁੱਦੇ ਆ ਜਿਹੜੇ ਉਹ ਸਿਆਸੀ ਮਸਲਾ ਵੀ ਬਣ ਗਿਆ। ਪਰ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਮੈਂ ਉਹਦੇ ਤੇ ਆਊਂਗਾ ਕਿ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਨ ਲਈ ਵੀ ਕਈ ਫੈਸਲੇ ਜਿਹੜੇ ਕਿਸਾਨ ਅੰਦੋਲਨ ਦੇ ਆਗੂਆਂ ਨੇ ਲਏ ਨੇ। ਔਰ ਇੱਕ ਤਾਂ 12 ਫਰਵਰੀ ਤੋਂ ਹੁਣ ਰਾਜਸਥਾਨ, ਦੇਖੋ ਪੰਜਾਬ 'ਚ ਸਭ ਨੂੰ ਪਤਾ ਕਿਸਾਨਾਂ ਨੇ ਸਭ ਤੋਂ ਪਹਿਲਾਂ ਅੰਦੋਲਨ ਸ਼ੁਰੂ ਕੀਤਾ, ਫਿਰ ਹਰਿਆਣੇ ਦੇ ਕਿਸਾਨ ਅੰਦੋਲਨ 'ਚ ਆਏ, ਫਿਰ ਉੱਤਰ ਪ੍ਰਦੇਸ਼ ਦੇ ਕਿਸਾਨ ਅੰਦੋਲਨ 'ਚ ਆਏ, ਬਿਹਾਰ ਵਾਲੇ ਵੀ ਆਏ, ਹੁਣ ਰਾਜਸਥਾਨ ਦੇ ਵਿੱਚ ਵੀ ਕਿਸਾਨ ਅੰਦੋਲਨ ਹੈ ਜਿਹੜਾ ਉਹ ਉੱਭਰ ਰਿਹਾ। ਔਰ 12 ਫਰਵਰੀ ਨੂੰ ਰਾਜਸਥਾਨ ਦੇ ਸਾਰੇ ਟੋਲ ਨੇ ਜਿਹੜੇ ਉਹ ਮੁਕਤ ਕਰਾਏ ਜਾਣੇ ਨੇ। ਕਿਸਾਨ ਮੋਰਚੇ ਨੇ ਇਹ ਐਲਾਨ ਕੀਤਾ। ਗਗਨ ਦੇਖੋ, ਪੰਜਾਬ 'ਚ ਕੋਈ ਟੋਲ ਨਹੀਂ ਲੱਗਦਾ। ਮੈਂ ਰੋਜ਼ ਇੱਕ ਦੀ ਵਾਰੀ ਮੇਰਾ ਚੰਡੀਗੜ੍ਹ ਆਉਣ ਜਾਣ ਦਾ ਗੇੜਾ ਲੱਗਦਾ, ਕਦੀ ਲੁਧਿਆਣੇ ਆ ਗਿਆ, ਕਦੀ ਜਲੰਧਰ ਆ ਗਿਆ, ਚੰਡੀਗੜ੍ਹ ਚੱਲ ਗਿਆ, ਜ਼ਿਆਦਾ ਮੈਂ ਚੰਡੀਗੜ੍ਹ ਆ। ਅਤੇ ਦਿੱਲੀ ਤੱਕ ਟੋਲ ਬੰਦ ਹੈ, ਹਰਿਆਣੇ ਦੇ ਟੋਲ ਬੰਦ ਹੈ, ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਨੋਇਡਾ ਵਾਲੇ ਪਾਸੇ ਦੇ ਟੋਲ ਬੰਦ ਹੈ। ਮੈਂ ਸਾਰੇ ਟੋਲਾਂ 'ਤੇ ਗਿਆ। ਮੈਂ ਜਿਹੜਾ ਦਿੱਲੀ ਜੈਪੁਰ ਹਾਈਵੇ ਹੈ ਉਹਦੇ ਉੱਪਰ ਪਲਵਲ ਤੱਕ ਹਰਿਆਣਾ ਦੇ ਵਿੱਚ ਜਿਹੜੇ ਟੋਲ ਆਉਂਦੇ ਨੇ ਸਾਰੇ ਬੰਦ ਹੈ ਹਾਈਵੇ ਦੇ ਉੱਤੇ। ਰੋਹਤਕ ਵਾਲੇ ਪਾਸੇ, ਪਾਣੀਪਤ ਵਾਲੇ ਪਾਸੇ ਸਾਰੇ ਟੋਲ ਬੰਦ ਹੈ। ਔਰ ਹੁਣ ਕਿਸਾਨ ਜਿਹੜੇ ਨੇ ਉਹ ਗਾਜੀਪੁਰ ਵਾਲੇ ਪਾਸੇ ਵੀ ਟੋਲ ਬੰਦ ਹੈ। ਹੁਣ ਰਾਜਸਥਾਨ ਦੇ ਵਿੱਚ ਵੀ ਸਾਰੇ ਟੋਲ ਨੇ ਜਿਹੜੇ ਕਿਸਾਨ ਉਹ ਮੁਕਤ ਕਰਾਉਣ ਦਾ ਐਲਾਨ ਕੀਤਾ 12 ਫਰਵਰੀ ਨੂੰ। ਮਤਲਬ ਕੱਲ੍ਹ ਕਿਸਾਨਾਂ ਦਾ ਅੰਦੋਲਨ ਹੈ ਜਿਹੜਾ ਇੱਕ ਤਰੀਕੇ ਨਾਲ ਉਹ ਰਾਜਸਥਾਨ ਦੇ ਵਿੱਚ ਟੋਲ ਬੰਦ ਕਰਾਉਣ ਦਾ, ਇਹ ਕਿਸਾਨਾਂ ਦਾ ਇੱਕ ਫੈਸਲਾ ਹੈ। ਔਰ ਇਸ ਤੋਂ ਇਲਾਵਾ 14 ਫਰਵਰੀ ਨੂੰ ਵੈਲੈਂਟਾਈਨਸ ਡੇ ਹੈ। ਵੈਲੈਂਟਾਈਨਸ ਡੇ ਵਾਲੇ ਦਿਨ ਜਿਹੜੇ ਸਾਡੇ ਅਸਲੀ ਵੈਲੈਂਟਾਈਨ ਨੇ, ਸਾਡੇ ਸ਼ਹੀਦ ਫੌਜੀ ਸੈਨਿਕ, ਸੋ ਸਾਰੇ ਕਿਸਾਨ ਨੇ ਜਿਹੜੇ ਉਹ ਵੈਲੈਂਟਾਈਨਸ ਵਾਲੇ ਦਿਨ ਭਾਵ 14 ਫਰਵਰੀ ਨੂੰ ਸ਼ਹੀਦ ਸੈਨਿਕਾਂ ਦੀ ਕੁਰਬਾਨੀ ਹੈ ਜਿਹੜੀ ਉਹਨੂੰ ਯਾਦ ਕਰਨਗੇ। ਔਰ ਪੂਰੇ ਮੁਲਕ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਮੋਮਬੱਤੀਆਂ ਹੱਥ 'ਚ ਲੈ ਕੇ ਮਾਰਚ ਕਰਨਾ। ਜਿਵੇਂ ਆਪਾਂ ਅਕਸਰ ਕਈ ਵਾਰੀ ਇਨਸਾਫ ਲਈ ਵੀ ਕੈਂਡਲ ਮਾਰਚ ਜਿਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ 'ਚ। ਸੋ ਕਿਸਾਨ 14 ਫਰਵਰੀ ਨੂੰ ਸ਼ਹੀਦ ਸੈਨਿਕਾਂ ਲਈ, ਭਾਵੇਂ ਉਹ ਪੁਲਵਾਮਾ ਵਾਲੇ ਸ਼ਹੀਦ ਨੇ ਜਾਂ ਸਾਡੇ ਸ਼ਹੀਦ ਨੇ, ਸੈਨਿਕ ਸ਼ਹੀਦ ਨੇ, ਉਹਨਾਂ ਦੇ ਲਈ ਕੈਂਡਲ ਮਾਰਚ ਕੱਢੇ ਜਾਣਗੇ। ਔਰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਉਹ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਵੱਲੋਂ ਕੀਤੇ ਜਾਣੇ ਨੇ। ਇਹ ਵੀ ਕਿਸਾਨਾਂ ਦਾ ਨਵਾਂ ਪ੍ਰੋਗਰਾਮ ਹੈ। ਔਰ ਮੈਨੂੰ ਇਹ ਲੱਗਦਾ ਗਗਨ ਕਿ 14 ਫਰਵਰੀ ਨੂੰ ਆਮ ਤੌਰ 'ਤੇ ਵੈਲੈਂਟਾਈਨਸ ਡੇ ਵੀ ਇਸ ਦਿਨ ਮਨਾਇਆ ਜਾਂਦਾ ਹੈ। ਵੱਖਰਾ ਨਜ਼ਾਰਾ ਹੋਏਗਾ ਇਸ ਵਾਰ। ਅਸਲੀ ਸਾਡੇ ਮੁਲਕ ਦੀ ਜਿਹੜੀ ਵਿਰਾਸਤ ਨੇ, ਸਾਡੇ ਫੌਜੀ, ਸਾਡੇ ਸ਼ਹੀਦ, ਉਹਨਾਂ ਨੂੰ ਯਾਦ ਕੀਤਾ ਜਾਣਾ ਮੁਲਕ 'ਚ ਥਾਂ ਥਾਂ। ਇਹ ਮੈਂ ਕਹੂੰਗਾ ਕਿਸਾਨ ਅੰਦੋਲਨ ਤਾਂ ਚਲੋ ਕਰ ਰਹੇ ਨੇ ਕਿਸਾਨ, ਪਰ ਇੱਕ ਨਵੀਂ ਪਹਿਲ ਹੋਈ ਹੈ ਔਰ ਪੁਲਵਾਮਾ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ ਹੈ। ਸੋ ਇਹ ਮੈਨੂੰ ਲੱਗਦਾ ਇੱਕ ਪਰੰਪਰਾ ਬਣ ਜਾਣੀ ਹੈ। ਹੁਣ 14 ਫਰਵਰੀ ਨੂੰ ਜਿਹੜੇ ਪੁਲਵਾਮਾ ਦੇ ਸ਼ਹੀਦ ਨੇ ਜਾਂ ਸਾਡੇ ਹੋਰ ਫੌਜੀ ਸ਼ਹੀਦ ਨੇ, ਉਹਨਾਂ ਦੀ ਯਾਦ ਦੇ ਵਿੱਚ ਹੁਣ ਕੈਂਡਲ ਮਾਰਚ ਹੋਣ ਲੱਗ ਜਾਣੇ ਨੇ। ਇਹ ਇੱਕ ਚੰਗਾ ਐਲਾਨ ਹੈ ਜਿਹੜਾ ਮੈਨੂੰ ਲੱਗਿਆ। ਔਰ ਸਰ ਛੋਟੂ ਰਾਮ 16 ਫਰਵਰੀ ਨੂੰ ਦੇਖੋ ਉਹਨਾਂ ਦਾ ਜਨਮ ਦਿਹਾੜਾ ਹੈ। ਜਦੋਂ ਅਸੀਂ ਆਜ਼ਾਦ ਨਹੀਂ ਸੀ ਹੋਏ, 1945 'ਚ ਦੁਨੀਆ ਤੋਂ ਗਏ ਨੇ ਸਰ ਛੋਟੂ ਰਾਮ। ਉਹਨਾਂ ਨੂੰ ਇੱਕ ਬਹੁਤ ਵੱਡੇ ਨਾਇਕ ਦੇ ਤੌਰ ਤੇ ਦੇਖਿਆ ਜਾਂਦਾ। ਪੋਲੀਟੀਕਲ
ਐਕਟਿਵਿਸਟ ਸੀਗੇ ਜਿਹੜੇ ਇਹ ਵਿਚਾਰ ਰੱਖਦੇ ਸੀ ਕਿ ਆਪਾਂ ਭਾਰਤ ਨੂੰ ਆਜ਼ਾਦ ਕਰਾਉਣਾ ਹੈ, ਮੁਲਕ ਨੂੰ ਆਜ਼ਾਦ ਕਰਾਉਣਾ ਹੈ। ਸੋ ਦੇਸ਼ ਦੀ ਆਜ਼ਾਦੀ 'ਚ ਵੀ ਸਰ ਛੋਟੂ ਰਾਮ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਔਰ ਉਸ ਵੇਲੇ ਜਿਹੜਾ ਅਮੀਰ ਗਰੀਬ ਦਾ ਪਾੜਾ ਸੀ ਉਹਨੂੰ ਖਤਮ ਕਰਨ 'ਚ ਸਰ ਛੋਟੂ ਰਾਮ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਔਰ ਭਾਰਤ ਦੀ ਸਰਕਾਰ ਨੇ ਬਹੁਤ ਪੁਰਾਣੇ, ਜਦੋਂ ਅਸੀਂ ਆਜ਼ਾਦ ਹੋਏ ਸੀ ਉਸ ਤੋਂ ਬਾਅਦ ਫਿਰ ਇੱਕ ਟਿਕਟ ਵੀ ਜਿਹੜੀ ਹੈ, ਡਾਕ ਟਿਕਟ ਵੀ ਉਹਨਾਂ ਦੀ ਯਾਦ ਦੇ ਵਿੱਚ ਕੱਢੀ ਸੀ, ਕਿਉਂਕਿ ਅੱਜ ਕੱਲ੍ਹ ਤਾਂ ਚਲੋ ਡਾਕ ਟਿਕਟਾਂ ਦਾ ਰਿਵਾਜ ਘੱਟ ਹੈ, ਪਰ ਕੋਈ ਵੇਲਾ ਹੁੰਦਾ ਸੀ ਜਦੋਂ ਡਾਕ ਟਿਕਟ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪ੍ਰਚਲਿਤ ਸੀ। ਔਰ ਮੈਨੂੰ ਵੀ ਯਾਦ ਹੈ ਗਗਨ, ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ, ਅਸੀਂ ਵੀ ਡਾਕ ਟਿਕਟਾਂ ਇਕੱਠੀਆਂ ਕਰਦੇ ਹੁੰਦੇ ਸੀ। ਸਾਡੇ ਦੇਸ਼ ਦੇ ਸ਼ਹੀਦਾਂ ਦੀਆਂ ਵੀ ਉਹਨਾਂ 'ਤੇ ਫੋਟੋਆਂ ਲੱਗੀਆਂ ਹੁੰਦੀਆਂ ਸੀ। ਉਹ ਡਾਕ ਟਿਕਟਾਂ ਅਸੀਂ ਆਪਣੇ ਕੋਲੇ ਸਾਂਭ ਕੇ ਰੱਖਣੀਆਂ, ਅਤੇ ਕਦੀ ਸਕੂਲ 'ਚ ਕਿਤੇ ਐਗਜ਼ੀਬਿਸ਼ਨ ਲੱਗਣੀ ਅਤੇ ਅਸੀਂ ਫਿਰ ਦਿਖਾਉਣੀਆਂ ਆਪਣੇ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਡਾਕ ਟਿਕਟਾਂ। ਸੋ ਇਹ ਡਾਕ ਟਿਕਟਾਂ ਦੀ ਬਹੁਤ ਅਹਿਮੀਅਤ ਹੈ ਜਿਹੜੀ ਮੁਲਕ ਦੇ ਵਿੱਚ ਹੈਗੀ ਹੈ। ਔਰ ਇਸ ਤੋਂ ਇਲਾਵਾ 18 ਫਰਵਰੀ ਨੂੰ ਵੀ ਇੱਕ ਪ੍ਰੋਗਰਾਮ ਦਿੱਤਾ ਉਹਨਾਂ ਨੇ, ਰੇਲ ਰੋਕੋ। ਸੋ ਦੁਪਹਿਰ 12 ਤੋਂ 4 ਵਜੇ ਤੱਕ ਦੇਸ਼ 'ਚ ਉਹਨਾਂ ਨੇ ਰੇਲ ਰੋਕਣ ਦੇ ਪ੍ਰੋਟੈਸਟ ਕਰਨੇ ਨੇ। ਹਾਲਾਂਕਿ ਮੈਂ ਰੇਲ ਰੋਕਣ ਦੇ ਪ੍ਰੋਟੈਸਟ ਦੇ ਜ਼ਿਆਦਾ ਨਿੱਜੀ ਤੌਰ 'ਤੇ ਹੱਕ 'ਚ ਨਹੀਂ ਹਾਂ ਜੀ। ਸੋ ਕਿਸਾਨ ਠੀਕ ਹੈ, ਕਿਸਾਨਾਂ ਦਾ ਅੰਦੋਲਨ ਹੈ, ਕਿਸਾਨਾਂ ਦਾ ਫੈਸਲਾ ਹੈ। ਸੋ ਮੈਂ ਉਹਨਾਂ ਦਾ ਜਿਹੜਾ ਇਹ ਫੈਸਲਾ ਹੈ ਇਹ ਜ਼ਰੂਰ ਮੈਂ ਸਾਂਝਾ ਕਰ ਲਿਆ। ਔਰ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ ਹਜੇ ਵੀ ਇਸ ਉਮੀਦ 'ਚ ਨੇ, ਇੰਤਜ਼ਾਰ 'ਚ ਨੇ ਕਿ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਹੋਵੇ ਅਤੇ ਉਹਨਾਂ ਦੇ ਜਿਹੜੇ ਮਸਲੇ ਨੇ, ਤਿੰਨੇ ਖੇਤੀ ਕਾਨੂੰਨ ਨੇ ਜਿਹੜੇ, ਉਹ ਹੁਣ ਵੀ ਮੰਗ ਉਹਨਾਂ ਦੀ ਰਿਪੀਲ ਕਰਨ ਦੀ ਹੈ। ਉਹ ਚਾਹੁੰਦੇ ਨੇ ਕਿ ਸਰਕਾਰ ਨਾਲ ਗੱਲਬਾਤ ਸ਼ੁਰੂ ਹੋਵੇ ਅਤੇ ਮਸਲਾ ਨਿਬੜੇ ਜੀ। ਬਿਲਕੁਲ। ਸੋ ਕਿਸਾਨ ਜਥੇਬੰਦੀਆਂ ਨੇ ਵੱਖੋ ਵੱਖਰੇ ਜੋ ਐਲਾਨ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀਤੇ ਨੇ। ਸੋ ਵੇਖਦੇ ਕਿ ਆਖਰਕਾਰ ਕਿਸ ਤਰ੍ਹਾਂ ਕਿਸਾਨ ਇਸ ਸਾਰੇ ਫੈਸਲਿਆਂ ਨੂੰ ਅੱਗੇ ਵਧਾਉਂਦੇ ਨੇ। ਅਤੇ ਖਾਸ ਤੌਰ ਦੇ ਉੱਤੇ ਗੱਲ ਹੁਣ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੈ ਉਹ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ। ਇੱਕ ਪਾਸੇ ਕਿਸਾਨ ਅੜੇ ਹੋਏ ਨੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਗੱਲਬਾਤ ਨਹੀਂ ਕਰਾਂਗੇ, ਉੱਧਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਆ ਗਿਆ ਹੈ ਕਿ ਤੁਸੀਂ ਕਮੀਆਂ ਦੱਸੋ, ਅਸੀਂ ਹੱਲ ਕਰਨ ਲਈ ਤਿਆਰ ਹਾਂ। ਡੱਲਾ ਸਾਹਿਬ, ਇਹਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ? ਦੇਖੋ, ਰਾਜ ਸਭਾ 'ਚ ਵੀ ਪ੍ਰਧਾਨ ਮੰਤਰੀ ਸਾਹਿਬ ਬੋਲੇ ਸੀ, ਰਾਸ਼ਟਰਪਤੀ ਦਾ ਜਦੋਂ ਭਾਸ਼ਣ ਸੀ ਉਹਦੇ ਵਿੱਚ ਵੀ ਖੇਤੀ ਕਾਨੂੰਨਾਂ ਦਾ ਜ਼ਿਕਰ ਆਇਆ ਕਿ ਕਿਸਾਨਾਂ ਦੀ ਤਰੱਕੀ ਲਈ ਹੈ। ਔਰ ਲੋਕ ਸਭਾ ਦੇ ਵਿੱਚ ਕਿਉਂਕਿ ਬਹਿਸ ਸੀ, ਲੋਕ ਸਭਾ ਦੇ ਵਿੱਚ ਮੁਕੰਮਲ ਬਹਿਸ ਇਹਨਾਂ ਬਿੱਲਾਂ 'ਤੇ ਹੋਈ। ਔਰ ਕਾਂਗਰਸ ਵਾਲੇ ਤਾਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਏ ਸੀ। ਕਾਂਗਰਸ ਵਾਲੇ ਚਾਹੁੰਦੇ ਸੀ ਕਿ ਪ੍ਰਾਈਵੇਟ ਮੈਂਬਰ ਬਿੱਲ ਨੇ ਜਿਹੜੇ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਲਿਆਂਦੇ ਜਾਣ ਪਾਰਲੀਮੈਂਟ 'ਚ, ਔਰ ਬਾਕੀ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਪ੍ਰਾਈਵੇਟ ਮਤੇ ਲੈ ਕੇ ਆਉਣ, ਪ੍ਰਾਈਵੇਟ ਬਿੱਲ ਲੈ ਕੇ ਆਉਣ ਅਤੇ ਕਿਸਾਨ ਜਿਹੜੇ ਆ 3 ਖੇਤੀ ਕਾਨੂੰਨ ਇਹਨਾਂ ਨੂੰ ਰੱਦ ਕੀਤਾ ਜਾਵੇ। ਪਰ ਪਾਰਲੀਮੈਂਟ ਦੇ ਵਿੱਚ ਡਿਬੇਟ ਲਗਾਤਾਰ ਹੋਈ ਔਰ ਪ੍ਰਧਾਨ ਮੰਤਰੀ ਨੇ ਜਿਹੜਾ ਭਾਸ਼ਣ ਦਿੱਤਾ, ਪ੍ਰਧਾਨ ਮੰਤਰੀ ਦੇ ਭਾਸ਼ਣ 'ਚੋਂ ਮੈਂ ਇੱਕ ਚੀਜ਼ ਬਹੁਤ ਜ਼ਿਆਦਾ ਪੋਜ਼ਿਟਿਵ ਦੇਖਦਾ ਕਿ ਪ੍ਰਧਾਨ ਮੰਤਰੀ ਨੇ ਮੁੜ ਕੇ ਕਹਿ ਦਿੱਤਾ, ਉਹਨਾਂ ਨੇ ਸਪਸ਼ਟ ਲਿਖਿਆ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਔਰ ਕਿਸਾਨਾਂ ਦਾ ਇੰਤਜ਼ਾਰ ਕਰ ਰਹੀ ਹੈ। ਉਹ ਕਹਿੰਦੇ ਜਦੋਂ ਮਨ ਕੀ ਬਾਤ ਕੀਤੀ ਪ੍ਰਧਾਨ ਮੰਤਰੀ ਨੇ ਉਦਣ ਵੀ ਗੱਲ ਕੀਤੀ ਵੀ ਅਸੀਂ ਸਰਕਾਰ ਤਾਂ ਇੱਕ ਟੈਲੀਫੋਨ ਕਾਲ ਦੂਰ ਹੈ, ਇੱਕ ਕਾਲ ਦੂਰ ਹੈ। ਇਹਦਾ ਮਤਲਬ ਇਹ ਹੈ ਕਿ ਗੱਲ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ। ਕੱਲ੍ਹ ਤੱਕ ਮੈਨੂੰ ਵੀ ਲੱਗ ਰਿਹਾ ਸੀਗਾ ਕਿ ਸ਼ਾਇਦ ਦੁਬਾਰਾ ਗੱਲਬਾਤ ਨਹੀਂ ਹੋਊਗੀ। ਔਰ ਲੋਕ ਸਭਾ 'ਚ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਗਗਨ ਮੈਨੂੰ ਲੱਗਦਾ ਨਿੱਜੀ ਤੌਰ 'ਤੇ ਕਿ ਜ਼ਰੂਰ ਕੋਈ ਨਾ ਕੋਈ ਵਿੱਚ ਭੂਮਿਕਾ ਅਦਾ ਕਰੂਗਾ ਵਿਚੋਲੇ ਦੀ, ਕਿਸਾਨਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ। ਔਰ ਮੈਨੂੰ ਲੱਗ ਰਿਹਾ ਕਿ ਦੁਬਾਰਾ ਗੱਲਬਾਤ ਸ਼ੁਰੂ ਹੋਊਗੀ ਅਤੇ ਹੁਣ ਇਹ ਗੱਲਬਾਤ ਹੈ ਜਿਹੜੀ ਕਿਸੇ ਨਤੀਜੇ 'ਤੇ ਜਾਊਗੀ। ਕਿਉਂਕਿ 26 ਜਨਵਰੀ ਤੋਂ 2-3 ਦਿਨ ਪਹਿਲਾਂ ਗੱਲਬਾਤ ਬੰਦ ਹੋ ਗਈ ਸੀ। ਸੋ ਦੇਖੋ 11 ਫਰਵਰੀ ਹੋ ਗਈ ਔਰ 7-8 ਦਿਨ ਉਹ ਲੈ ਲਈਏ, ਲਗਭਗ 19-20 ਦਿਨ ਮੈਂ ਮੰਨਦਾ ਵੀ ਗੱਲਬਾਤ ਬੰਦ ਹੋਈ ਨੂੰ ਹੋ ਗਏ। ਹੋ ਸਕਦਾ ਵੱਧ ਘੱਟ ਵੀ ਹੋਵੇ ਇੱਕ ਅੱਧਾ ਦਿਨ। ਪਰ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਪਾਰਲੀਮੈਂਟ 'ਚ ਕਹੀ ਹੈ, ਪਹਿਲਾਂ ਤਾਂ ਉਹਨਾਂ ਨੇ ਨਿਸ਼ਾਨਾ ਸਿੱਧਾ ਕਾਂਗਰਸ 'ਤੇ ਲਾਇਆ ਵੀ ਰੰਗ 'ਤੇ ਗੱਲ ਕਰਦੇ ਰਹੇ ਕਾਂਗਰਸੀ ਜਾਂ ਵਿਰੋਧੀ ਧਿਰਾਂ ਵਾਲੇ ਵੀ ਕਾਨੂੰਨ ਕਾਲੇ ਨੇ, ਕਾਨੂੰਨ ਸਫੇਦ ਨੇ, ਹੈ ਜੀ। ਪਰ ਨਰਿੰਦਰ ਮੋਦੀ ਕਹਿੰਦੇ ਵੀ ਕੰਟੈਂਟ, ਸਮੱਗਰੀ, ਤੱਥਾਂ 'ਤੇ ਵਿਰੋਧੀ ਧਿਰਾਂ ਨੇ ਗੱਲ ਨਹੀਂ ਕੀਤੀ। ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ ਖੇਤੀ ਕਾਨੂੰਨਾਂ ਵਾਲਾ ਮਸਲਾ ਹੈ ਇਹ ਬੜਾ ਗੁੰਝਲਦਾਰ ਹੈ। ਇਹ ਖੇਤੀ ਕਾਨੂੰਨਾਂ ਦੇ ਵਿੱਚ ਕਈ ਅਜਿਹੀਆਂ ਮਦਾਂ ਨੇ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਵੀ ਨਹੀਂ ਪਤਾ, ਬਹੁਤ ਸਾਰੇ ਲੀਡਰਾਂ ਨੂੰ ਵੀ ਨਹੀਂ ਪਤਾ। ਸੋ ਪ੍ਰਧਾਨ ਮੰਤਰੀ ਨੇ ਜਿਹੜੀ ਇਹ ਗੱਲ ਕੀਤੀ ਹੈ ਇੱਕ ਤਰੀਕੇ ਨਾਲ, ਕਿਉਂਕਿ ਜਦੋਂ ਬਹਿਸ ਹੁੰਦੀ ਹੈ ਨਾ ਪਾਰਲੀਮੈਂਟ 'ਚ, ਉਦੋਂ ਵਿਰੋਧੀ ਧਿਰ ਆਪਣੀ ਗੱਲ ਰੱਖਦੇ ਨੇ, ਸੱਤਾ ਧਿਰ ਆਪਣੀ ਗੱਲ ਰੱਖਦੀ ਹੈ ਅਤੇ ਬਹੁਤ ਵਾਰੀ ਗੱਲ ਇਲਜ਼ਾਮਾਂ 'ਤੇ ਚਲੀ ਜਾਂਦੀ ਹੈ। ਅਸੀਂ ਪਾਰਲੀਮੈਂਟ ਦੇ ਸੈਸ਼ਨ ਦੇਖਦੇ ਹਾਂ, ਇਲਜ਼ਾਮਬਾਜ਼ੀਆਂ ਦਾ ਦੌਰ ਜ਼ਿਆਦਾ ਹੁੰਦਾ ਹੈ। ਰਾਜ ਸਭਾ ਦੇ ਵਿੱਚ ਵੀ ਆਪਾਂ ਦੇਖਿਆ ਇਲਜ਼ਾਮਬਾਜ਼ੀਆਂ ਦਾ ਦੌਰ ਬਹੁਤ ਰਿਹਾ ਔਰ ਲੋਕ ਸਭਾ ਦੇ ਵਿੱਚ ਵੀ ਇਲਜ਼ਾਮਬਾਜ਼ੀਆਂ ਦਾ ਦੌਰ ਬਹੁਤ ਜ਼ਿਆਦਾ ਰਿਹਾ। ਔਰ ਨਰਿੰਦਰ ਮੋਦੀ ਕਹਿੰਦੇ
ਕਿ ਉਹਨਾਂ ਨੇ ਫਿਰ ਕਿਹਾ, ਕਹਿੰਦੇ ਕਿਸਾਨ ਅਫਵਾਹਾਂ ਦੇ ਸ਼ਿਕਾਰ ਨੇ। ਦੇਖੋ ਜੋ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ, ਮੈਂ ਉਹ ਗੱਲ ਕਰ ਰਿਹਾ। ਉਹ ਕਹਿੰਦੇ ਕਿਸਾਨ ਅਫਵਾਹਾਂ ਦੇ ਸ਼ਿਕਾਰ ਨੇ ਤੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਤੇ ਅਸੀਂ ਗੱਲਬਾਤ ਲਈ ਕਿਸਾਨਾਂ ਦੀ ਉਡੀਕ ਕਰ ਰਹੇ ਹਾਂ। ਤੇ ਦੁਹਰਾਇਆ ਨਰਿੰਦਰ ਮੋਦੀ ਉਹਨਾਂ ਨੇ ਫਿਰ ਉਹੀ ਗੱਲ ਹੈ ਪ੍ਰਧਾਨ ਮੰਤਰੀ ਨੇ ਕਿ ਅਸੀਂ ਹਰ ਸੁਧਾਰ ਕਰਨ ਲਈ ਤਿਆਰ ਹਾਂ, ਹਰ ਕਮੀ ਦੂਰ ਕਰਨ ਲਈ ਤਿਆਰ ਹਾਂ, ਸ਼ਿਕਵਾ ਦੂਰ ਕਰਨ ਲਈ ਤਿਆਰ ਹਾਂ। ਹੁਣ ਇੱਥੇ ਗੱਲ ਬੜੀ ਬਹੁਤ ਵਿਚਾਰਨ ਵਾਲੀ ਗੱਲ ਹੈ ਕਿ ਜਦੋਂ ਮੰਤਰੀਆਂ ਨਾਲ ਗੱਲਬਾਤ ਹੋ ਰਹੀ ਸੀ ਉਦੋਂ ਮੰਤਰੀ ਵੀ ਇਸ ਗੱਲ ਲਈ ਤਿਆਰ ਹੋਏ ਸੀ ਵੀ ਅਸੀਂ ਬਿੰਦੂਵਾਰ ਗੱਲ ਕਰਕੇ ਜਿਹੜੇ ਕਿਸਾਨ ਸੁਧਾਰ ਕਰਾਉਣਾ ਚਾਹੁੰਦੇ ਨੇ, ਚੀਜ਼ਾਂ ਹਟਾਉਣੀਆਂ ਚਾਹੁੰਦੇ ਨੇ, ਅਸੀਂ ਉਹਦੇ ਲਈ ਤਿਆਰ ਹਾਂ। ਪਰ ਕਿਉਂਕਿ ਗੱਲ ਲਟਕ ਜ਼ਿਆਦਾ ਗਈ, 2 ਮਹੀਨੇ ਪੰਜਾਬ 'ਚ ਅੰਦੋਲਨ ਹੋਇਆ ਕਿਸਾਨਾਂ ਦਾ, ਫਿਰ ਦਿੱਲੀ 'ਚ ਵੀ ਦੇਖੋ 75 ਦਿਨ ਤੋਂ ਜ਼ਿਆਦਾ ਹੋ ਗਏ। ਗੱਲ ਲਟਕ ਕਿੱਥੋਂ ਗਈ? ਇਹ ਜ਼ਰੂਰ ਮੈਨੂੰ ਲੱਗਦਾ ਪੂਰੇ 2-2.5 ਮਹੀਨੇ ਦੇ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਰੁਖ ਨੂੰ ਵੀ ਦੇਖਣਾ ਪਊਗਾ, ਵਿਰੋਧੀ ਧਿਰਾਂ ਦੇ ਰੁਖ ਨੂੰ ਵੀ ਦੇਖਣਾ ਪਊਗਾ ਵੀ ਗੱਲ ਆਖਰ ਲਟਕੀ ਕਿਸ ਪੁਆਇੰਟ ਤੇ ਆ ਕੇ, ਕਿ ਜਿਹੜੀ ਗੱਲ ਲੱਗ ਰਿਹਾ ਸੀ ਵੀ ਨਿਬੜਨ ਵਾਲੇ ਪਾਸੇ ਜਾਊਗੀ ਉਹ ਇੰਨੀ ਜ਼ਿਆਦਾ ਲਟਕ ਕਿਉਂ ਗਈ। 26 ਜਨਵਰੀ ਦੀ ਘਟਨਾ ਤਾਂ 26 ਜਨਵਰੀ ਨੂੰ ਹੋਈ ਹੈ ਨਾ, ਅੰਦੋਲਨ ਤਾਂ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ। ਹੁਣ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕਿ ਅਸੀਂ ਕਿਸਾਨਾਂ ਨੂੰ ਉਡੀਕ ਰਹੇ ਹਾਂ ਕਿ ਦੁਬਾਰਾ ਖੇਤੀਬਾੜੀ ਸਕੱਤਰ ਕੋਈ ਅਧਿਕਾਰਕ ਸੱਦਾ ਭੇਜਣਗੇ ਕਿਸਾਨਾਂ ਨੂੰ ਕਿ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ ਜਾਂ ਸਰਕਾਰ ਮੀਟਿੰਗ ਲਈ ਤਿਆਰ ਹੈ ਤੇ ਤੁਹਾਡਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਤੇ ਆਹ ਟੈਲੀਫੋਨ ਨੰਬਰ ਹੈ, ਇਸ ਟੈਲੀਫੋਨ ਨੰਬਰ ਤੇ ਫੋਨ ਕਰ ਲਓ ਤੇ ਆਪਾਂ ਮੀਟਿੰਗ ਰੱਖੀਏ। ਮੈਨੂੰ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਦੇ ਪਾਰਲੀਮੈਂਟ ਦੇ ਭਾਸ਼ਣ ਤੋਂ ਬਾਅਦ ਗਗਨ ਜ਼ਰੂਰ ਖੇਤੀਬਾੜੀ ਸਕੱਤਰ ਜਾਂ ਖੇਤੀਬਾੜੀ ਮੰਤਰੀ ਰਾਬਤਾ ਬਣਾਉਣਗੇ ਕਿਸੇ ਨਾ ਕਿਸੇ ਕਿਸਾਨ ਲੀਡਰ ਦੇ ਨਾਲ, ਔਰ ਫਿਰ ਨਵੇਂ ਸਿਰੇ ਤੋਂ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਹੋਣ ਵਾਲੇ ਪਾਸੇ ਅੱਗੇ ਵਧੂਗੀ। ਔਰ ਮੁਲਕ ਲਈ ਦੇਖੋ ਭਲਾ ਇਹੀ ਹੈ, ਕਿਸਾਨਾਂ ਲਈ ਵੀ ਮੁਲਕ ਲਈ ਵੀ, ਕਿ ਸਰਕਾਰ ਤੇ ਕਿਸਾਨਾਂ 'ਚ ਰੇੜਕਾ ਖਤਮ ਹੋਵੇ। ਦੇਖੋ ਨਰਿੰਦਰ ਮੋਦੀ ਨੇ 2-3 ਗੱਲਾਂ ਇਹ ਕਹੀਆਂ ਨੇ ਅੱਜ, ਹੋਰ ਮੈਂ ਉਵੇਂ ਪੜ੍ਹ ਦਿੰਦਾ। ਉਹ ਕਹਿੰਦੇ 21ਵੀਂ ਸਦੀ 'ਚ 18ਵੀਂ ਸਦੀ ਦੀ ਸੋਚ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਣਾ। ਅਸੀਂ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਦੀ ਵਿਵਸਥਾ ਬਦਲੀ ਹੈ। ਔਰ ਤਰਕ ਨਰਿੰਦਰ ਮੋਦੀ ਉਹਨਾਂ ਦਾ ਇਹ ਦੇਖੋ, ਨਰਿੰਦਰ ਮੋਦੀ ਉਹਨਾਂ ਦਾ ਪੱਖ ਦੱਸਣਾ ਬੜਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਦਾ ਪੱਖ ਦੱਸਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਇਹਨਾਂ ਖੇਤੀ ਕਾਨੂੰਨਾਂ ਤੇ ਖੁੱਲ੍ਹ ਕੇ ਨਹੀਂ ਬੋਲ ਰਹੇ। ਹੁਣ ਪ੍ਰਧਾਨ ਮੰਤਰੀ ਖੁੱਲ੍ਹ ਕੇ ਬੋਲਣਾ ਸ਼ੁਰੂ ਹੋ ਗਏ ਨੇ। ਪ੍ਰਧਾਨ ਮੰਤਰੀ ਕਹਿੰਦੇ ਕਿ ਕਾਨੂੰਨ ਲਾਗੂ ਹੋਣ ਤੋਂ ਬਾਅਦ ਕੋਈ ਮੰਡੀ ਵਿਵਸਥਾ ਨਹੀਂ ਖਤਮ ਹੋਈ, ਕੋਈ ਮੰਡੀ ਬੰਦ ਨਹੀਂ ਹੋਈ, ਕੋਈ MSP ਬੰਦ ਨਹੀਂ ਹੋਈ। ਮਤਲਬ ਕਿ ਹੁਣ ਪ੍ਰਧਾਨ ਮੰਤਰੀ ਖੁੱਲ੍ਹ ਕੇ ਆਪਣੀ ਰਾਏ ਰੱਖ ਰਹੇ ਨੇ। ਮੈਨੂੰ ਇਹ ਲੱਗਦਾ ਹੈ ਕਿ ਕਿਸਾਨਾਂ ਨੂੰ ਹੁਣ ਮਤਾ ਪਾ ਦੇਣਾ ਚਾਹੀਦਾ ਕੋਈ ਮੀਟਿੰਗ ਕਰਕੇ ਕਿ ਅਸੀਂ ਮੀਟਿੰਗ ਸਿੱਧੀ ਪ੍ਰਧਾਨ ਮੰਤਰੀ ਨਾਲ ਕਰਨਾ ਚਾਹੁੰਦੇ ਹਾਂ ਜੀ। ਕਿਉਂਕਿ ਜਦੋਂ ਪ੍ਰਧਾਨ ਮੰਤਰੀ ਖੁੱਲ੍ਹਾ ਸੱਦਾ ਪਾਰਲੀਮੈਂਟ 'ਚ ਮਾਰ ਰਹੇ ਨੇ ਕਿ ਅਸੀਂ ਇੱਕ ਟੈਲੀਫੋਨ ਕਾਲ ਦੂਰ ਹਾਂ, ਤੇ ਫਿਰ ਕਿਸਾਨ ਅਗਰ ਚਾਹੁਣ, ਦੇਖੋ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ, ਕਿਹਦਾ ਨਹੀਂ ਦਿਲ ਕਰਦਾ ਵੀ ਸਾਡਾ ਮਸਲਾ ਪ੍ਰਧਾਨ ਮੰਤਰੀ ਨਿਬੇੜ ਦੇਣ। ਬਿਲਕੁਲ। ਸੋ ਮੈਨੂੰ ਇਹ ਲੱਗਦਾ ਹੈ ਕਿ ਜਦੋਂ, ਕਿਉਂਕਿ ਸੱਦਾ ਬਾਰ-ਬਾਰ ਆ ਰਿਹਾ ਪ੍ਰਧਾਨ ਮੰਤਰੀ ਵੱਲੋਂ, ਉਹ ਮਨ ਕੀ ਬਾਤ 'ਚ ਵੀ ਬੋਲੇ ਵੀ ਇੱਕ ਫੋਨ ਕਾਲ ਸਰਕਾਰ ਦੂਰ ਹੈ, ਤੇ ਜਾਂ ਤਾਂ ਖੇਤੀਬਾੜੀ ਸਕੱਤਰ ਜਾਂ ਖੇਤੀਬਾੜੀ ਮੰਤਰੀ ਵੱਲੋਂ ਕੋਈ ਚਿੱਠੀ ਜਾਊਗੀ ਜਾਂ ਟੈਲੀਫੋਨ ਜਾਊਗਾ ਕਿਸਾਨਾਂ ਨੂੰ। ਅਗਰ ਸਰਕਾਰ ਬਾਰ-ਬਾਰ ਕਹਿ ਰਹੀ ਹੈ, ਪਾਰਲੀਮੈਂਟ 'ਚ ਕਹਿ ਰਹੀ ਹੈ, ਤੇ ਹੁਣ ਕਿਸਾਨਾਂ ਨੂੰ ਵੀ ਚਾਹੀਦਾ ਹੈ, ਮੇਰੀ ਰਾਏ ਹੈ, ਬਾਕੀ ਕਿਸਾਨ ਜਥੇਬੰਦੀਆਂ ਨੇ ਆਪ ਫੈਸਲਾ ਕਰਨਾ ਹੈ ਕਿ ਉਹ ਆਪਣੇ ਅੰਦੋਲਨ ਨੂੰ ਕਿਵੇਂ ਚਲਾਉਣਾ ਚਾਹੁੰਦੇ ਨੇ। ਪਰ ਮੇਰੀ ਰਾਏ ਹੈ ਕਿ ਹੁਣ ਕਿਸਾਨਾਂ ਨੂੰ ਫੋਨ ਕਰਕੇ ਇਹ ਰਾਏ ਪ੍ਰਗਟ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਮਿਲਣਾ ਚਾਹੁੰਦੇ ਹਾਂ। ਅਗਰ ਆਫੀਸ਼ੀਅਲ ਮੀਟਿੰਗ ਨਹੀਂ ਕਰਨੀ, ਅਨਅਫੀਸ਼ੀਅਲ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਕਹਿ ਦੇਣ, ਸੰਗਠਨ ਕਹਿ ਦੇਣ ਵੀ ਅਸੀਂ ਸੰਯੁਕਤ ਰੂਪ 'ਚ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ, ਇੱਕ ਵਾਰੀ ਸਾਡੀ ਗੱਲ ਪ੍ਰਧਾਨ ਮੰਤਰੀ ਸਾਹਿਬ ਸੁਣ ਲੈਣ ਜੀ। ਸੱਦਾ ਕਿਸਾਨ ਜਥੇਬੰਦੀਆਂ ਨੂੰ ਵੀ ਕੁਝ ਹਿਲਜੁਲ ਤਾਂ ਕਰਨੀ ਚਾਹੀਦੀ ਹੈ। ਮੈਨੂੰ ਇਹ ਲੱਗਦਾ ਅਗਰ ਕਿਸਾਨ ਜਥੇਬੰਦੀਆਂ ਇਹ ਹਿਲਜੁਲ ਕਰ ਲੈਣ, ਸੱਦਾ ਹੀ ਦੇ ਦੇਣ ਟੈਲੀਫੋਨ ਕਰਕੇ ਵੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਮੀਟਿੰਗ ਵੀ ਨਹੀਂ ਕਰਨਾ ਚਾਹੁੰਦੇ ਪ੍ਰਧਾਨ ਮੰਤਰੀ ਸਾਹਿਬ ਨਾਲ, ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਸਿਰਫ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਕੋਲੇ। ਹੋ ਸਕਦਾ ਪ੍ਰਧਾਨ ਮੰਤਰੀ ਜਦੋਂ ਕਿਸਾਨਾਂ ਦੀਆਂ ਗੱਲਾਂ ਕਿਸਾਨਾਂ ਦੇ ਮੂੰਹਾਂ ਤੋਂ ਸੁਣਨ, ਉਹਨਾਂ ਦੀ ਜ਼ੁਬਾਨ ਤੋਂ ਸੁਣਨ, ਕਿਸਾਨ ਲੀਡਰ ਤਰਕ ਲੈ ਕੇ ਜਾਣ, ਅੰਕੜੇ ਲੈ ਕੇ ਜਾਣ, ਦੁੱਖ ਦਰਦ ਆਪਣੇ ਲੈ ਕੇ ਜਾਣ ਜਿਹੜੇ ਉਹ ਮੰਤਰੀਆਂ ਨੂੰ ਵੀ ਉਹਨਾਂ ਨੇ ਦੱਸੇ ਨੇ, ਤੇ ਜਦੋਂ ਪ੍ਰਧਾਨ ਮੰਤਰੀ ਦੇ ਨਾਲ ਰੂਬਰੂ ਹੋਣਗੇ। ਦੇਖੋ ਪ੍ਰਧਾਨ ਮੰਤਰੀ ਆਪਾਂ ਪਾਰਲੀਮੈਂਟ 'ਚ ਦੇਖੇ, ਪਰਸੋਂ ਵੀ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਇਹਦਾ ਮਤਲਬ ਹੈ ਪ੍ਰਧਾਨ ਮੰਤਰੀ ਸੈਂਸਿਟਿਵ ਹੈ, ਇਮੋਸ਼ਨਲ ਹੈ। ਜਦੋਂ ਉਹਨਾਂ ਦੀ ਵਿਦਾਇਗੀ ਹੋ ਰਹੀ ਸੀਗੀ ਜੰਮੂ ਕਸ਼ਮੀਰ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਰਾਜ ਸਭਾ 'ਚੋਂ ਵਿਦਾਇਗੀ ਹੋ ਰਹੀ ਸੀ, ਜਦੋਂ ਉਹਨਾਂ ਦਾ ਆਖਰੀ ਦਿਨ ਸੀ ਰਾਜ ਸਭਾ ਦੇ ਵਿੱਚ, ਕਿਉਂਕਿ ਰਾਜ ਸਭਾ ਦੇ ਇਸ ਸੈਸ਼ਨ ਤੋਂ ਬਾਅਦ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ,
ਤਾਂ ਅਗਰ ਕਿਸਾਨ ਪ੍ਰਧਾਨ ਮੰਤਰੀ ਨਾਲ ਸਿਰਫ ਮਿਲਣ ਤੇ ਆਪਣੀ ਗੱਲ ਰੱਖਣ, ਮੀਟਿੰਗ ਕਰਨ ਨਾ ਜਾਣ, ਚਾਹੇ ਮੋਦੀ ਸਾਹਿਬ ਨੂੰ ਕਹਿਣ ਵੀ ਤੁਸੀਂ ਫੈਸਲਾ ਨਾ ਦਿਓ, ਸਾਡੀ ਗੱਲ ਸੁਣ ਲਓ, ਫੈਸਲਾ ਤੁਸੀਂ ਆਪਣੇ ਮੰਤਰੀਆਂ ਨਾਲ ਮਿਲ ਕੇ ਕਰ ਸਕਦੇ ਹੋ ਸਕਦਾ ਹੈ ਕਿ ਉਹਦੇ ਨਾਲ ਜਿਹੜਾ ਸਰਕਾਰ ਤੇ ਕਿਸਾਨਾਂ ਦੇ ਵਿੱਚ ਜਿਹੜੀ ਦੂਰੀ ਬਣ ਗਈ, ਜਿਹੜਾ ਇੱਕ ਮਨਮਟਾਅ ਬਣ ਗਿਆ, ਹੋ ਸਕਦਾ ਹੈ ਕਿ ਉਹ ਮਨਮਟਾਅ ਦੂਰ ਹੋਵੇ। ਗਗਨ ਦੇਖੋ, ਡੈਮੋਕ੍ਰੇਸੀ ਹੈ, ਪ੍ਰਧਾਨ ਮੰਤਰੀ ਖੁੱਲ੍ਹ ਕੇ ਸੱਦਾ ਦੇ ਰਹੇ ਨੇ ਔਰ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਸਾਡੀ ਮਨਸ਼ਾ ਕਿਸਾਨਾਂ ਦੀ ਭਲਾਈ ਕਰਨਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੁਰਾਣੀ ਸੋਚ ਤੇ ਪੁਰਾਣੇ ਮਾਪਦੰਡਾਂ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਣਾ। ਮੈਨੂੰ ਇਹ ਲੱਗਦਾ ਗਗਨ ਕਿ ਕਿਸਾਨਾਂ ਤੇ ਪ੍ਰਧਾਨ ਮੰਤਰੀ ਦੀ ਗੈਰ ਰਸਮੀ ਮੁਲਾਕਾਤ ਬਹੁਤ ਜ਼ਰੂਰੀ ਹੈ। ਰਸਮੀ ਮੁਲਾਕਾਤ ਨਹੀਂ, ਓਫੀਸ਼ੀਅਲ ਮੀਟਿੰਗ ਨਹੀਂ ਜਿਹ 'ਚ ਮਿੰਟਸ ਬਣਨ ਤੇ ਹੋਰ ਅਫਸਰ ਬੈਠੇ ਹੋਣ। ਮੈਂ ਕਹਿੰਦਾ ਜਿਹੜੇ 32-40 ਮੈਂਬਰ ਨੇ ਜਥੇਬੰਦੀਆਂ ਦੇ, ਇਹੀ ਮਿਲਣ ਚਲੇ ਜਾਣ, ਮੋਦੀ ਸਾਹਿਬ ਤੋਂ ਸਮਾਂ ਮੰਗ ਲੈਣ ਜੀ, ਸਮਾਂ ਮੋਦੀ ਸਾਹਿਬ ਤੋਂ ਮਿਲ ਜੇ ਤੇ ਮੋਦੀ ਸਾਹਿਬ ਦੇ ਨਾਲ ਅਨਅਫੀਸ਼ੀਅਲ ਆਪਣੇ ਦੁੱਖ ਦਰਦ ਮੋਦੀ ਸਾਹਿਬ ਨੂੰ ਸੁਣਾਉਣ। ਹੋ ਸਕਦਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਜੋ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਉਹ ਵੀ, ਤੇ ਜੋ ਕਿਸਾਨ ਕਹਿ ਰਹੇ ਨੇ ਉਹਨਾਂ ਦੀ ਗੱਲ ਨੂੰ ਸੁਣਨ ਤੋਂ ਬਾਅਦ ਪ੍ਰਧਾਨ ਮੰਤਰੀ ਕੋਈ ਵਿੱਚ ਦਾ ਰਾਹ ਕੱਢ ਦੇਣ। ਦੇਖੋ, ਪ੍ਰਧਾਨ ਮੰਤਰੀ ਨੇ ਫੈਸਲੇ ਤਾਂ ਕਈ ਕੀਤੇ ਨੇ, ਇਹ ਨਹੀਂ ਅਸੀਂ ਕਹਿ ਸਕਦਾ ਪ੍ਰਧਾਨ ਮੰਤਰੀ, ਫੈਸਲੇ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੇ ਜ਼ਰੂਰ ਕਿਸਾਨਾਂ ਨੂੰ ਇਹ ਪਹਿਲ ਕਰ ਲੈਣੀ ਚਾਹੀਦੀ ਹੈ, ਮੈਨੂੰ ਇੰਝ ਲੱਗਦਾ ਹੈ ਜੀ। ਗਗਨ ਪਟੇਲਾ ਜੀ, ਇੱਥੇ ਇੱਕ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਕਿ ਜਿਸ ਤਰ੍ਹਾਂ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜੋ ਬੀਤੀ ਕੱਲ੍ਹ ਆਪਾਂ ਸੁਣਿਆ ਹੈ, ਉਸ ਦਰਮਿਆਨ ਵੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਇਸ ਦੇ ਉੱਤੇ ਬਦਲਾਅ ਕਰਨ ਨੂੰ ਤਿਆਰ ਹਾਂ, ਤੁਸੀਂ ਸਾਨੂੰ ਇਸ ਦੇ ਵਿੱਚ ਮੁਸ਼ਕਲਾਂ ਦੱਸੋ। ਪਰ ਕਿਸਾਨ ਹੋਣ ਜਾਂ ਕਿਸਾਨ ਆਗੂ ਹੋਣ, ਉਹ ਇਹੀ ਗੱਲ ਪਹਿਲਾਂ ਕਹੀ ਜਾਂਦੇ ਨੇ, ਚਾਹੇ 76ਵਾਂ 78ਵਾਂ ਦਿਨ ਚੱਲ ਰਿਹਾ ਹੈ, ਸ਼ੁਰੂ ਤੋਂ ਹੀ ਉਹਨਾਂ ਦੀ ਇਹੀ ਮੰਗ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣੇ ਆ। ਸੋ ਇਸ ਦੇ ਉੱਤੇ ਤਾਂ ਹਜੇ ਵੀ ਗੱਲ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਕਿ ਦੇਖੋ, ਉਹ ਤਾਂ ਸਰਕਾਰ ਵੀ ਕਹਿ ਰਹੀ ਹੈ, ਸਰਕਾਰ ਕਹਿੰਦੀ ਵੀ ਅਸੀਂ ਮੈਕਸਿਮਮ ਪ੍ਰਸਤਾਵ ਦੇਤਾ, ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ ਜੀ। ਸਰਕਾਰ ਕਹਿੰਦੀ ਹੈ ਨਾ ਵੀ ਅਸੀਂ ਮੁਲਤਵੀ ਕਰ ਦਿੰਦੇ ਹਾਂ 1.5 ਸਾਲ ਲਈ। ਮੈਂ ਦੇਖੋ, ਡਾਇਲੌਗ ਤੋਂ ਬਿਨਾ ਮਸਲਾ ਨਹੀਂ ਨਿਬੜਨਾ ਜੀ, ਮਸਲਾ ਤਾਂ ਗੱਲਬਾਤ ਨਾਲ ਨਿਬੜਨਾ ਨਾ। ਜਾਂ ਕੋਈ ਵਿਚੋਲਗੀ ਕਰੂ, ਕੋਈ ਵਿਚੋਲਾ ਬਣੂ, ਪੋਲਿਟਿਕਸ ਵੀ ਸ਼ੁਰੂ ਹੋ ਗਈ, ਸਿਆਸਤ ਵੀ ਕਿਸਾਨ ਅੰਦੋਲਨ 'ਚ ਸ਼ੁਰੂ ਹੋ ਗਈ। ਕਿਸਾਨ ਅੰਦੋਲਨ 'ਚ ਨਹੀਂ, ਪੋਲੀਟੀਕਲ ਪਾਰਟੀਆਂ ਦੀ ਸਿਆਸਤ ਤਾਂ ਚਲੋ ਚੱਲ ਹੀ ਰਹੀ ਹੈ। ਮੇਰਾ ਇਹ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨੇ, ਸਾਰੇ ਮੁਲਕ ਨੇ ਵੋਟਾਂ ਪਾ ਕੇ ਉਹਨਾਂ ਨੂੰ ਚੁਣਿਆ, ਕਿਸਾਨਾਂ ਨੇ ਵੀ ਵੋਟਾਂ ਪਾਈਆਂ ਹੋਣਗੀਆਂ। ਪ੍ਰਧਾਨ ਮੰਤਰੀ ਮਨ ਕੀ ਬਾਤ 'ਚ ਕਹਿ ਰਹੇ ਨੇ, ਰੇਡੀਓ 'ਚ ਕਹਿ ਰਹੇ ਨੇ, ਪਾਰਲੀਮੈਂਟ 'ਚ ਕਹਿ ਰਹੇ ਨੇ ਕਿ ਖਾਮੀਆਂ ਦੱਸੋ, ਅਸੀਂ ਬਦਲਾਅ ਲਈ ਤਿਆਰ ਹਾਂ ਜੀ। ਕਿਸਾਨ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਮੰਗ ਤਾਂ ਕਰ ਸਕਦੇ ਹਨ ਨਾ। ਤੁਹਾਨੂੰ ਯਾਦ ਹੈ ਵੀ ਸਾਡੇ ਕਿਸਾਨਾਂ ਨੇ ਕਦੀ ਮੰਗ ਕੀਤੀ ਹੋਵੇ ਮਤਾ ਪਾ ਕੇ ਵੀ ਪ੍ਰਧਾਨ ਮੰਤਰੀ ਸਾਹਿਬ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ? ਤੁਹਾਨੂੰ ਯਾਦ ਹੈ? ਬਿਲਕੁਲ ਨਹੀਂ ਯਾਦ ਹੈ ਤੁਹਾਨੂੰ? ਨਹੀਂ। ਕੋਈ ਮੰਗ ਇਹੋ ਜਿਹੀ ਆਈ ਹੋਵੇ? ਨਹੀਂ, ਬਿਲਕੁਲ। ਮੇਰੇ ਕਹਿਣ ਦਾ ਮਤਲਬ ਹੈ, ਅਗਰ ਸਰਕਾਰ ਖੁੱਲੇ ਦਿਲ ਨਾਲ ਗੱਲ ਕਰ ਰਹੀ ਹੈ, ਹੁਣ ਦੇਖੋ ਮੰਤਰੀਆਂ ਨਾਲ ਜੋ ਮੀਟਿੰਗਾਂ ਹੋਈਆਂ, ਨਤੀਜੇ ਨਹੀਂ ਨਿਕਲੇ, ਇੱਕ ਪਾਸੇ ਹੈ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਬੋਲ ਰਹੇ ਨੇ ਪਾਰਲੀਮੈਂਟ 'ਚ, ਤੇ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਆਪਣੇ ਵੱਲੋਂ ਵੱਖਰੀ ਪਹਿਲ ਕਰ ਦੇਣ। ਇਹ ਦੇਖੋ, ਅਗਰ ਪ੍ਰਧਾਨ ਮੰਤਰੀ ਨਾਲ ਇੱਕ ਮੁਲਾਕਾਤ ਹੀ ਹੋ ਗਈ, ਇਹਨਾਂ ਨੇ ਆਪਣਾ ਦੁੱਖ ਦਰਦ ਵੀ ਪ੍ਰਧਾਨ ਮੰਤਰੀ ਨੂੰ ਦੱਸਤਾ ਜੀ, ਰੁਕੀ ਹੋਈ ਗੱਲਬਾਤ ਨਵੇਂ ਸਿਰੇ ਤੋਂ ਸ਼ੁਰੂ ਹੋ ਸਕਦੀ ਹੈ। ਇਹ ਤਾਂ ਹੈਗੀ ਅਗਰ ਕਿਸਾਨ ਸਿੱਧੀ ਪਹਿਲ ਕਰਦੇ ਨੇ, ਜਾਂ ਕੋਈ ਫਿਰ ਕੋਈ ਵਿਚੋਲਾ ਵੱਡਾ ਲੀਡਰ ਆਵੇ ਸਾਡੇ ਮੁਲਕ 'ਚ, ਜਿਹੜਾ ਵੱਡਾ ਲੀਡਰ ਕੋਈ ਅਪੀਲ ਕਰੇ ਕਿ ਪ੍ਰਧਾਨ ਮੰਤਰੀ ਸਾਹਿਬ ਤੇ ਕਿਸਾਨ ਆਪਸ 'ਚ ਅਗਰ ਮਿਲ ਜਾਣ, ਮੀਟਿੰਗ ਨਾ ਕਰਨ, ਚਾਹ ਦਾ ਕੱਪ ਸਾਂਝਾ ਕਰ ਲੈਣ, ਪ੍ਰਧਾਨ ਮੰਤਰੀ ਸਾਹਿਬ ਇਹੀ ਗੱਲ ਕਿਸਾਨਾਂ ਨੂੰ ਕਹਿ ਦੇਣ, ਕਿਸਾਨ ਆਪਣਾ ਦੁੱਖ ਦੱਸ ਦੇਣ ਜੀ। ਹੋ ਸਕਦਾ ਪ੍ਰਧਾਨ ਮੰਤਰੀ ਕੋਈ ਵਿੱਚ ਦਾ ਫਾਰਮੂਲਾ ਕੱਢ ਦੇਣ ਫਿਰ, ਬਿਲਕੁਲ, ਕਿਉਂਕਿ ਗੱਲਬਾਤ ਦੇ ਨਾਲ ਹੀ ਮਸਲਾ ਅੱਗੇ ਨਿਬੜਨਾ। ਨਹੀਂ ਤਾਂ ਠੀਕ ਹੈ, ਸਰਕਾਰ ਚੱਲ ਰਹੀ ਹੈ, ਪ੍ਰਧਾਨ ਮੰਤਰੀ ਤਾਂ ਸਰਕਾਰ ਦੇ ਮੁਖੀ ਨੇ, ਉਹ ਤਾਂ ਸਰਕਾਰ ਚਲਾ ਰਹੇ ਨੇ, ਪਾਰਲੀਮੈਂਟ ਵੀ ਦੇਖੋ ਚੱਲ ਰਹੀ ਹੈ, ਮੈਂਬਰ ਪਾਰਲੀਮੈਂਟਾਂ ਦੀਆਂ ਤਨਖਾਹਾਂ ਵੀ ਆ ਰਹੀਆਂ ਨੇ, ਮੈਂਬਰ ਪਾਰਲੀਮੈਂਟਾਂ ਦੀਆਂ ਸਰਕਾਰੀ ਕੋਠੀਆਂ ਵੀ ਉਸੇ ਤਰ੍ਹਾਂ ਹੀ ਨੇ, ਉਹਨਾਂ ਦੇ ਭੱਤੇ, ਸਰਕਾਰੀ ਗੱਡੀਆਂ, ਗਨਮੈਨ, ਕਿਸੇ ਦਾ ਕੁਝ ਨਹੀਂ ਬਦਲਿਆ। ਜ਼ਿੰਦਗੀ ਕਿਹਦੀ ਬਦਲੀ ਹੈ? ਕਿਸਾਨਾਂ ਦੀ। ਬਿਲਕੁਲ, ਉਹ ਆਪਣੇ ਘਰ-ਬਾਰ ਛੱਡ ਕੇ ਅੰਦੋਲਨ ਕਰ ਰਹੇ ਨੇ, ਅੰਦੋਲਨ ਨੂੰ ਅੱਗੇ ਵਧਾ ਰਹੇ ਨੇ, ਹੁਣ ਰਾਜਸਥਾਨ 'ਚ ਵਧਾ ਰਹੇ ਨੇ। ਇਹ ਵੱਖਰਾ ਪਾਸਾ ਹੈ, ਸਰਕਾਰ ਇੱਕ ਵੱਖਰਾ ਪਾਸਾ ਹੈ। ਅਗਰ ਗੈਰ ਰਸਮੀ ਮੁਲਾਕਾਤ ਵੀ ਹੋ ਜੇ, ਰਸਮੀ ਮੁਲਾਕਾਤ ਮਤਲਬ ਹੁੰਦੀ ਹੈ ਜਿਹੜੀ ਓਫੀਸ਼ੀਅਲ ਮੀਟਿੰਗ ਹੈ, ਅਗਰ ਅਨਅਫੀਸ਼ੀਅਲ ਮੀਟਿੰਗ ਵੀ ਹੋ ਜੇ, ਗੈਰ ਰਸਮੀ ਤੌਰ ਤੇ ਮੁਲਾਕਾਤ ਹੋ ਜੇ, ਭਾਵੇਂ ਲੰਚ ਹੋ ਜੇ, ਚਾਹ ਦਾ ਕੱਪ ਸਾਂਝਾ ਹੋ ਜੇ, ਜਾਂ ਲੰਗਰ ਹੋ ਜੇ ਜੀ, ਲੰਗਰ ਛਕ ਲੈਣ ਸਾਰੇ ਇਕੱਠੇ ਮਿਲ ਕੇ, ਤੇ ਕੋਈ ਗੱਲ ਹੋ ਜੇ ਉੱਥੇ ਵੀ ਸਾਡੇ ਕਿਸਾਨ ਕਹਿਣ ਵੀ ਸਾਡਾ ਆਹ ਦੁੱਖ ਹੈ ਜੀ, ਅਸਲ 'ਚ ਅਸੀਂ ਤਾਂ ਆਹ ਸਮਝਾਉਣਾ ਚਾਹੁੰਦੇ ਹਾਂ। ਮੰਤਰੀ ਹੋ ਸਕਦਾ ਹੈ ਕਿਸਾਨਾਂ ਦੀ ਗੱਲ ਨੂੰ ਜਿਸ ਰੂਪ 'ਚ ਸਮਝਦੇ ਨੇ, ਅਫਸਰਾਂ ਦੇ ਨਾਲ ਡਿਸਕਸ ਕਰਦੇ ਨੇ, ਫਿਰ ਅੱਗੇ ਜਾਂਦੇ ਨੇ। ਪ੍ਰਧਾਨ ਮੰਤਰੀ ਕੋਲੇ ਅਗਰ ਸਿੱਧੇ ਰੂਪ 'ਚ ਕਿਸਾਨਾਂ ਦੀ ਗੱਲ ਆ ਜਾਂਦੀ, ਹੋ ਸਕਦਾ ਪ੍ਰਧਾਨ ਮੰਤਰੀ ਕੋਈ ਨਵੇਂ ਤਰ੍ਹਾਂ ਦਾ ਹੁਕਮ ਲਾ ਦੇਣ ਜੀ, ਪ੍ਰਧਾਨ ਮੰਤਰੀ ਕੋਈ ਵੱਡਾ ਭਰੋਸਾ ਦੇ ਸਕਦੇ ਨੇ।
ਇਸ ਕਰਕੇ ਮੈਂ ਕਹਿੰਦਾ ਵੀ ਅਗਰ ਕਿਸਾਨ ਦੇਖੋ ਬਾਰ-ਬਾਰ ਪ੍ਰਧਾਨ ਮੰਤਰੀ ਪਹਿਲ ਕਰ ਰਹੇ ਨੇ। ਹੁਣ ਅਸੀਂ ਇਹ ਨਹੀਂ ਕਹਿ ਰਹੇ ਕਿ ਪ੍ਰਧਾਨ ਮੰਤਰੀ ਖੇਤੀ ਕਾਨੂੰਨਾਂ ਤੇ ਬੋਲ ਨਹੀਂ ਰਹੇ। ਕਿਸੇ ਸਮੇਂ ਕਿਸਾਨ ਅੰਦੋਲਨ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਵੱਖ-ਵੱਖ ਮੀਟਿੰਗਾਂ 'ਚ ਜਾਂਦੇ ਨੇ, ਉੱਥੇ ਬੋਲਦੇ ਨੇ ਵੀ ਗੁਜਰਾਤ ਗਏ, ਮੋਦੀ ਸਾਹਿਬ ਨੇ ਕਿਸਾਨਾਂ ਦੇ ਕਾਨੂੰਨਾਂ ਦੀ ਗੱਲ ਕੀਤੀ, ਪਰ ਹੁਣ ਤਾਂ ਪਾਰਲੀਮੈਂਟ 'ਚ ਬੋਲ ਰਹੇ ਨੇ ਨਾ। ਪਾਰਲੀਮੈਂਟ 'ਚ ਬੋਲਣ ਦਾ ਮਤਲਬ ਹੁੰਦਾ ਦੇਸ਼ ਨੂੰ ਸੰਬੋਧਨ ਹੋ ਰਿਹਾ ਜੀ। ਪਹਿਲਾਂ ਤਾਂ ਉਹ ਇੱਕ ਪ੍ਰੋਗਰਾਮ 'ਚ ਸੰਬੋਧਨ ਹੋ ਰਹੇ ਸੀ ਉੱਥੋਂ ਦੇ ਕਿਸਾਨਾਂ ਦੇ ਨਾਲ, ਗੱਲ ਪੂਰੇ ਮੁਲਕ ਦੇ ਕਿਸਾਨਾਂ ਦੀ ਉਹ ਕਰ ਰਹੇ ਸੀ, ਪਰ ਹੁਣ ਤਾਂ ਪਾਰਲੀਮੈਂਟ 'ਚ ਸੰਬੋਧਨ ਹੋ ਰਹੇ ਨੇ। ਪਾਰਲੀਮੈਂਟ 'ਚ ਸੰਬੋਧਨ ਕਰਨ ਦਾ ਮਤਲਬ ਪ੍ਰਧਾਨ ਮੰਤਰੀ ਦਾ ਇਹ ਹੈ ਕਿ ਉਹ ਪੂਰੇ ਮੁਲਕ ਨਾਲ ਗੱਲਬਾਤ ਕਰ ਰਹੇ ਨੇ। ਤੇ ਫਿਰ ਕਿਸਾਨ ਇੱਕ ਪ੍ਰਧਾਨ ਮੰਤਰੀ ਤੋਂ ਇਹ ਮੰਗ ਤਾਂ ਕਰ ਸਕਦੇ ਨਾ ਵੀ ਅਸੀਂ ਨਿੱਜੀ ਤੌਰ ਤੇ ਤੁਹਾਡੇ ਨਾਲ ਮਿਲਣਾ ਚਾਹੁੰਦੇ ਹਾਂ ਜੀ। ਜਦੋਂ ਪ੍ਰਧਾਨ ਮੰਤਰੀ ਕਹਿ ਰਹੇ ਹੁਣ ਕਿ ਸਰਕਾਰ ਇੱਕ ਟੈਲੀਫੋਨ ਕਾਲ ਦੀ ਦੂਰੀ ਤੇ ਹੈ, ਮਤਲਬ ਆਪਾਂ ਸੰਭਾਵਨਾ ਤਲਾਸ਼ ਰਹੇ ਹਾਂ ਵੀ ਗੱਲ ਕਿਵੇਂ ਸ਼ੁਰੂ ਹੋ ਸਕਦੀ ਹੈ, ਇਸੇ ਰੂਪ 'ਚ ਸ਼ੁਰੂ ਹੋ ਸਕਦੀ ਹੈ ਨਾ। ਬਿਲਕੁਲ। ਇਹਦੇ 'ਚ ਨਾ ਕਿਸੇ ਦੀ ਜਿੱਤ ਹੈ ਨਾ ਕਿਸੇ ਦੀ ਹਾਰ ਹੈ। ਬਿਲਕੁਲ। ਸੋਢਲਾ ਜੀ, ਉਧਰ ਦੂਜੇ ਪਾਸੇ ਜੇ ਵਿਰੋਧੀ ਧਿਰਾਂ ਦੀ ਗੱਲ ਕਰੀਏ, ਬੇਸ਼ੱਕ ਉਹਨਾਂ ਦੇ ਵਿੱਚ ਪ੍ਰਿਯੰਕਾ ਗਾਂਧੀ ਨੇ, ਗਾਂਧੀ ਪਰਿਵਾਰ ਵੀ ਹੁਣ ਕਾਫੀ ਐਕਟਿਵ ਨਜ਼ਰ ਆਇਆ ਜਦੋਂ ਤੋਂ ਕਿਸਾਨੀ ਅੰਦੋਲਨ। ਦੇਖੋ ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਾਨੂੰਨ ਚੰਗੇ ਨੇ, ਅਸੀਂ ਬਦਲਾਅ ਕਰਨ ਲਈ ਤਿਆਰ ਹਾਂ, ਅਸੀਂ ਸੋਧਾ ਕਰਨ ਲਈ ਤਿਆਰ ਹਾਂ। ਇੱਕ ਪਾਸੇ ਕਿਸਾਨ ਨੇ ਉਹ ਆਪਣਾ ਅੰਦੋਲਨ ਅਗਲਾ ਪ੍ਰੋਗਰਾਮ ਦੇ ਰਹੇ ਨੇ। ਇੱਕ ਪਾਸੇ ਵਿਰੋਧੀ ਧਿਰਾਂ ਬੀਬੀ ਸੋਨੀਆ ਗਾਂਧੀ ਗਈ ਉੱਤਰ ਪ੍ਰਦੇਸ਼, ਉੱਥੇ ਮਹਾਪੰਚਾਇਤ ਹੋਈ। ਹਰਿਆਣੇ 'ਚ ਮਹਾਪੰਚਾਇਤਾਂ ਹੋ ਰਹੀਆਂ ਨੇ, ਟਕੈਤ ਸਾਹਿਬ ਵੀ ਜਾ ਰਹੇ ਨੇ ਜੀ। ਹੁਣ ਰਾਜਸਥਾਨ 'ਚ ਵੀ ਅੰਦੋਲਨ ਅੱਗੇ ਜਾ ਰਿਹਾ ਹੈ। ਕਿਸਾਨ ਆਪਣਾ ਅੰਦੋਲਨ ਚਲਾ ਰਹੇ ਨੇ, ਵਿਰੋਧੀ ਧਿਰਾਂ ਆਪਣਾ ਅੰਦੋਲਨ ਚਲਾ ਰਹੀਆਂ ਨੇ, ਤੇ ਸਰਕਾਰ ਆਪਣੀ ਗੱਲ ਦੇ ਆਪਣੇ ਸਟੈਂਡ ਤੇ ਕਾਇਮ ਹੈ। ਹੁਣ ਪ੍ਰਿਯੰਕਾ ਗਾਂਧੀ ਨੇ ਕੀ ਕਿਹਾ? ਦੇਖੋ ਚੋਣਾਂ ਨੇ ਅਗਲੇ ਸਾਲ ਯੂਪੀ 'ਚ ਵੀ ਜੀ 24 'ਚ ਹੈ ਮੇਰੇ ਖਿਆਲ, ਅਗਲਾ ਸਾਲ 22 ਹੈ ਨਾ, ਨਹੀਂ 23 'ਚ ਹੈ, 22 ਜਾਂ 23 'ਚ, ਚਲੋ ਮਤਲਬ ਯੂਪੀ ਦੀਆਂ ਚੋਣਾਂ ਨੂੰ ਵੀ ਬਹੁਤ ਘੱਟ ਸਮਾਂ ਹੈ। ਪੰਜਾਬ ਦੀਆਂ ਚੋਣਾਂ ਤਾਂ ਅਗਲੇ ਸਾਲ ਇਸ ਦਿਨ ਇਹਨਾਂ ਦਿਨਾਂ 'ਚ ਹੁੰਦੀਆਂ ਹੋਣਗੀਆਂ। 1 ਸਾਲ ਲਗਭਗ ਪੰਜਾਬ ਦੀਆਂ ਚੋਣਾਂ ਨੂੰ ਰਹਿ ਗਿਆ। ਯੂਪੀ 'ਚ ਵੀ ਨਿਕਟ ਭਵਿੱਖ 'ਚ ਚੋਣਾਂ ਨੇ, ਮੈਨੂੰ ਐਗਜ਼ੈਕਟ ਸਾਲ ਨਹੀਂ ਪਤਾ, 22 ਨਹੀਂ ਤਾਂ 23 ਹੋਣਗੀਆਂ ਜੀ। 24 'ਚ ਤਾਂ ਕਿਉਂਕਿ 19 ਤੋਂ ਬਾਅਦ 24 'ਚ ਤਾਂ ਦੇਸ਼ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੀ ਨੇ ਜੀ। ਸੋ ਜਾਂ 22 ਦੇ ਅਖੀਰ 'ਚ ਨੇ, ਸਾਡੇ 22 ਦੇ ਸ਼ੁਰੂ 'ਚ ਨੇ, ਫਰਵਰੀ ਮਾਰਚ 'ਚ, ਤੇ ਯੂਪੀ 'ਚ 22 ਦੇ ਅਖੀਰ 'ਚ ਹੋ ਸਕਦੀਆਂ ਨੇ, ਉੱਥੇ ਵੀ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਜੀ। ਹੁਣ, ਜਾਂ 22 ਦੇ ਮੱਧ 'ਚ ਹੋ ਸਕਦੀਆਂ ਯੂਪੀ 'ਚ। ਹੁਣ ਪ੍ਰਿਯੰਕਾ ਗਾਂਧੀ ਮਹਾਪੰਚਾਇਤ 'ਚ ਗਈ ਕਿਸਾਨਾਂ ਦੀ। ਪ੍ਰਿਯੰਕਾ ਗਾਂਧੀ ਕਹਿੰਦੀ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲਿਆ। ਉਹ ਕਹਿੰਦੇ ਪ੍ਰਧਾਨ ਮੰਤਰੀ ਦਾ ਤਾਂ ਦਿਲ ਕਾਰੋਬਾਰੀਆਂ ਲਈ ਧੜਕਦਾ ਜੀ, ਪਰ ਪ੍ਰਧਾਨ ਮੰਤਰੀ ਨੇ ਗੱਲ ਕਿਸਾਨਾਂ ਦੀ ਵੀ ਕੀਤੀ। ਹੁਣ ਵਿਰੋਧੀ ਧਿਰਾਂ ਨੇ ਆਪਣੇ ਹਿਸਾਬ ਨਾਲ ਗੱਲ ਕਰਨੀ ਹੈ, ਪ੍ਰਧਾਨ ਮੰਤਰੀ ਨੇ ਆਪਣੇ ਹਿਸਾਬ ਨਾਲ ਕਰਨੀ ਹੈ, ਕਿਸਾਨ ਆਪਣਾ ਦਰਦ ਬਿਆਨ ਕਰ ਰਹੇ ਨੇ ਜੀ। ਸਾਰੀਆਂ ਚੀਜ਼ਾਂ ਵੱਖਰੇ ਸੁਰਾਂ 'ਚ ਹੋ ਰਹੀਆਂ ਨੇ ਨਾ, ਹੈ ਨੀ? ਬਿਲਕੁਲ। ਅੱਗੇ ਦੂਰਦਰਸ਼ਨ ਦੇ ਉੱਤੇ ਇੱਕ ਧੁਨ ਵੀ ਆਉਂਦੀ ਹੁੰਦੀ ਸੀ, ਮਿਲੇ ਸੁਰ ਮੇਰਾ ਤੁਮਹਾਰਾ। ਜੀ। ਜੇ ਸੁਰ ਇਕੱਠੇ ਹੋ ਜਾਣ ਕਿਸਾਨਾਂ ਦੇ ਤੇ ਸਰਕਾਰ ਦੇ, ਕਿਸੇ ਇੱਕ ਪੁਆਇੰਟ ਤੇ ਤਾਂ ਸਹਿਮਤੀ ਫਿਰ ਬਣ ਹੀ ਸਕਦੀ ਹੈ ਨਾ। ਹੁਣ ਪ੍ਰਿਯੰਕਾ ਗਾਂਧੀ ਕਹਿੰਦੀ ਕਿ ਇਹਨਾਂ ਕਾਨੂੰਨਾਂ ਤੋਂ ਸਿਰਫ, ਖੇਤੀ ਕਾਨੂੰਨਾਂ ਤੋਂ ਸਿਰਫ ਪੈਸੇ ਵਾਲਿਆਂ ਨੂੰ ਫਾਇਦਾ ਹੋਊਗਾ। ਇਹ ਪ੍ਰਿਯੰਕਾ ਗਾਂਧੀ ਦਾ ਆਪਣਾ ਤਰਕ ਹੈ ਜੀ। ਹੁਣ ਮਹਾਪੰਚਾਇਤ ਉੱਥੇ ਹੋਈ, ਪ੍ਰਿਯੰਕਾ ਗਾਂਧੀ ਵਾਡਰਾ ਸੀ, ਉਹਨਾਂ ਨੇ ਇਹਨਾਂ 3 ਖੇਤੀ ਕਾਨੂੰਨਾਂ ਨੂੰ ਜੰਮ ਕੇ ਨਿੰਦਿਆ। ਹਾਂਜੀ ਗਗਨ, ਉਹਨਾਂ ਨੇ ਜੰਮ ਕੇ ਨਿੰਦਿਆ ਕਿਉਂਕਿ ਉਹਨਾਂ ਦੀ ਵਿਰੋਧੀ ਧਿਰਾਂ ਦੀ ਸਿਆਸਤ ਇਸ ਗੱਲ ਤੇ ਟਿਕੀ ਹੈ। ਜੀ। ਪਾਰਲੀਮੈਂਟ 'ਚ ਵਿਰੋਧੀ ਧਿਰਾਂ ਉਸਾਰੂ ਭੂਮਿਕਾ ਨਹੀਂ ਅਦਾ ਕਰ ਸਕੀਆਂ। ਪ੍ਰਿਯੰਕਾ ਗਾਂਧੀ ਮਹਾਪੰਚਾਇਤ 'ਚ ਪ੍ਰਧਾਨ ਮੰਤਰੀ ਉਹਨਾਂ ਨੂੰ ਨਿੰਦ ਰਹੇ ਨੇ। ਪ੍ਰਧਾਨ ਮੰਤਰੀ ਉਹਨਾਂ ਨੇ ਪਾਰਲੀਮੈਂਟ 'ਚ ਕਹਿਤਾ ਕਿ ਤੁਸੀਂ ਵਿਰੋਧੀ ਧਿਰਾਂ ਵਾਲੇ ਕੋਈ ਠੋਸ ਚੀਜ਼ ਹੀ ਨਹੀਂ ਲੈ ਕੇ ਆਏ, ਕੰਟੈਂਟ ਸਮੱਗਰੀ ਨਹੀਂ ਲੈ ਕੇ ਆਏ। ਦੇਖੋ ਪ੍ਰਧਾਨ ਮੰਤਰੀ ਭਾਸ਼ਣ ਕਲਾ ਦੇ ਵੀ ਬੜੇ ਮਾਹਰ ਨੇ, ਉਹਨਾਂ ਕੋਲੇ ਆંકੜੇ, ਉਹਨਾਂ ਕੋਲੇ ਤਿਆਰੀ ਹੁੰਦੀ ਹੈ। ਪ੍ਰਧਾਨ ਮੰਤਰੀ ਕਮੀ ਲੱਭ ਕੇ ਬੋਲਦੇ ਨੇ। ਸੋ ਪ੍ਰਿਯੰਕਾ ਗਾਂਧੀ ਕਹਿੰਦੀ PM ਪੂਰੀ ਦੁਨੀਆ 'ਚ ਘੁੰਮੇ ਪਰ ਕਿਸਾਨਾਂ 'ਚ ਨਹੀਂ ਆਏ। ਜੀ। ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਇੱਕ ਫੋਨ ਕਾਲ ਦੀ ਦੂਰੀ ਤੇ ਆ ਸੀ ਸਰਕਾਰ। ਪ੍ਰਿਯੰਕਾ ਗਾਂਧੀ ਕਹਿੰਦੀ ਮੋਦੀ ਸਾਹਿਬ ਪੂਰੀ ਦੁਨੀਆ 'ਚ ਘੁੰਮੇ, ਕਿਸਾਨਾਂ 'ਚ ਨਹੀਂ ਆਏ, ਪ੍ਰੋਟੈਸਟ ਕਰਨ ਵਾਲਿਆਂ 'ਚ। ਪ੍ਰਧਾਨ ਮੰਤਰੀ ਕਹਿ ਰਹੇ ਨੇ ਪਾਰਲੀਮੈਂਟ 'ਚ ਕਿ ਅਸੀਂ ਇੱਕ ਫੋਨ ਕਾਲ ਦੀ ਦੂਰੀ ਤੇ ਆ ਸਰਕਾਰ। ਜੀ। ਸਥਿਤੀਆਂ ਦੇਖੋ ਕਿੱਦਾਂ ਦੀਆਂ ਬਣ ਰਹੀਆਂ ਨੇ। ਮਤਲਬ ਇੱਕ ਬਹੁਤ ਹੀ, ਜਿਹਨੂੰ ਆਪਾਂ ਕਹਿੰਦੇ ਆ ਨਾ, ਜਿਹੜੇ ਸਾਇੰਸ ਵਾਲੇ ਵਿਦਿਆਰਥੀ ਹੋਣਗੇ ਉਹ ਵੈਕਿਊਮ ਦਾ ਮਤਲਬ ਸਮਝਦੇ ਨੇ। ਦੇਸੀ ਭਾਸ਼ਾ 'ਚ ਗੱਲ ਕਰਦਾ ਮੈਂ, ਜਮਾ ਆਪਾਂ ਜਿਵੇਂ ਪਿੰਡਾਂ 'ਚ ਕਹਿ ਦਿੰਦੇ ਆ ਵੀ ਸੁੰਨ ਸਰਾਂ ਹੋਈ ਪਈ ਹੈ। ਜੀ। ਹੁਣ ਕਿਸਾਨ ਅੰਦੋਲਨ ਦੇ ਮਸਲਿਆਂ ਤੇ ਅੰਦੋਲਨ ਚੱਲ ਰਿਹਾ, ਪਰ ਇੱਕ ਸੁੰਨ ਸਰਾਂ ਵਾਲਾ ਮਾਹੌਲ ਹੈ ਜਿੱਥੇ ਆਪਸ 'ਚ ਗੱਲਬਾਤ ਨਹੀਂ ਹੋ ਰਹੀ, ਸਾਰਿਆਂ ਦੇ ਸੁਰ ਆਪਣੇ ਨੇ। ਪ੍ਰਿਯੰਕਾ ਗਾਂਧੀ ਕਹਿੰਦੀ ਇਹ ਜ਼ਮੀਨ ਦਾ ਅੰਦੋਲਨ ਹੈ, ਵੀ ਤੁਹਾਡੀਆਂ ਆਪਣੀਆਂ ਜ਼ਮੀਨਾਂ ਨੇ, ਕਾਂਗਰਸ ਪਾਰਟੀ ਨਾਲ ਖੜੀ ਹੈ। ਦੇਖੋ ਹੁਣ ਮੈਂਬਰ ਸਾਰੇ ਕਾਂਗਰਸ ਪਾਰਟੀ ਵਾਲੇ ਕਈ ਦਿਨ ਧਰਨੇ ਤੇ ਵੀ ਬੈਠੇ ਰਹੇ, ਮੈਂ ਦੇਖਿਆ ਇੱਥੇ
ਜੰਤਰ ਮੰਤਰ ਤੇ ਕਾਂਗਰਸ ਵਾਲੇ। ਪਰ ਇਹ ਸਾਰਾ ਵਿਰੋਧੀ ਧਿਰਾਂ ਦਾ ਅੰਦੋਲਨ ਤਾਂ ਕਿਸਾਨ ਅੰਦੋਲਨ ਤੋਂ ਬਾਅਦ ਸ਼ੁਰੂ ਹੋਇਆ ਨਾ ਜੀ। ਜਾਂ ਤਾਂ ਪੋਲੀਟੀਕਲ ਪਾਰਟੀਆਂ ਦਾ ਅੰਦੋਲਨ ਪਾਰਲੀਮੈਂਟ 'ਚ ਜਦੋਂ ਇਹ ਕਾਨੂੰਨ ਪਾਸ ਹੋਏ ਉਸੇ ਦਿਨ ਤੋਂ ਸ਼ੁਰੂ ਹੋ ਜਾਂਦਾ। ਅਕਾਲੀਆਂ ਨੇ ਵੀ ਸਾਥ ਉਦੋਂ ਛੱਡਿਆ ਬੀਜੇਪੀ ਦਾ ਜਦੋਂ ਕਿਸਾਨਾਂ ਦਾ ਪ੍ਰੋਟੈਸਟ ਸ਼ੁਰੂ ਹੋ ਗਿਆ ਸੀ। ਜੀ। ਸੋ ਸਥਿਤੀਆਂ ਬੜੀਆਂ ਵੈਕਿਊਮ ਵਾਲੀਆਂ ਬਣੀਆਂ ਹੋਈਆਂ, ਅਜੀਬੋ-ਗਰੀਬ ਜੀਆਂ ਸਥਿਤੀਆਂ ਬਣੀਆਂ ਹੋਈਆਂ ਨੇ। ਪਰ ਮੈਨੂੰ ਸੰਕੇਤ ਕੱਲ ਤੱਕ ਮੈਨੂੰ ਲੱਗਦਾ ਸੀ ਵੀ ਗੱਲਬਾਤ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ, ਪਰ ਪ੍ਰਧਾਨ ਮੰਤਰੀ ਦੇ ਬਾਰ-ਬਾਰ ਸੰਬੋਧਨ ਤੋਂ ਬਾਅਦ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਹੁਣ ਗੱਲਬਾਤ ਦਾ ਰਾਹ ਖੁੱਲੂਗਾ ਗਗਨ ਕਿਸੇ ਨਾ ਕਿਸੇ ਰੂਪ 'ਚ। ਔਰ ਅਗਰ ਹੁਣ ਗੱਲਬਾਤ ਦਾ ਰਾਹ ਖੁੱਲਿਆ ਤੇ ਦੋਨਾਂ ਪਾਸਿਓਂ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ, ਕਿਸਾਨਾਂ ਨੂੰ ਵੀ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ, ਤਾਂ ਕਿ ਇਹ ਮਸਲਾ ਕਿਸੇ ਆਮ ਸਹਿਮਤੀ ਵਾਲੇ ਪੁਆਇੰਟ ਤੇ ਆ ਕੇ ਖਤਮ ਹੋਵੇ। ਜੀ ਬਿਲਕੁਲ। ਸੇ ਉਧਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਪੱਕੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਭਾਜਪਾ ਨੂੰ ਲੈ ਕੇ, ਆਮ ਆਦਮੀ ਪਾਰਟੀ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ, ਅਕਾਲੀ ਦਲ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ। ਉਧਰ ਸਾਰੀਆਂ ਵਿਰੋਧੀ ਧਿਰਾਂ ਦੇ ਵੱਲੋਂ ਸੱਤਾਧਾਰੀ ਧਿਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਕਾਫੀ ਭਖੀ ਨਜ਼ਰ ਆਈ ਭਾਜਪਾ। ਹੁਣ ਇੱਕ ਵੱਖਰੇ ਕੇਡਰ ਦੇ ਉੱਤੇ ਤੁਰਦੀ ਪਈ ਹੈ ਤੇ ਵੱਖਰੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਨੇ। ਦੇਖੋ, ਕਾਂਗਰਸ ਤਾਂ ਸਿੱਧੀ ਹਮਲਾਵਰ ਹੋ ਗਈ ਕੈਪਟਨ ਅਮਰਿੰਦਰ ਸਿੰਘ ਤੇ, ਬੀਜੇਪੀ ਤਾਂ ਸਿੱਧੀ ਹਮਲਾਵਰ ਹੋ ਗਈ ਕੈਪਟਨ ਅਮਰਿੰਦਰ ਸਿੰਘ ਤੇ। ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ, ਭਾਵੇਂ ਨਿਗਮ ਚੋਣਾਂ ਸੀ, ਭਾਵੇਂ ਕਿਸਾਨਾਂ ਵਾਲੇ ਮਸਲੇ ਹੈ। ਤਰੁਣ ਚੁੱਗ ਹੋਣਾ ਨੇ ਸਪਸ਼ਟ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਤੇ ਸਿਆਸੀ ਨਿਸ਼ਾਨਾ ਲਾਇਆ। ਇਹਨਾਂ ਦੀ ਗੱਲ ਵੀ ਸੁਣਾ ਦਿਓ ਮੈਂ ਕਹਿੰਦਾ ਜੀ। ਨਗਰ ਨਿਗਮ ਚੁਣਾਵਾਂ 'ਚ ਕਾਂਗਰਸ ਪਾਰਟੀ ਆਪਣੀ ਹਾਰ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਅੰਦਰ ਗੁੰਡਾ ਰਾਜ ਨੂੰ ਬੜਾਵਾ ਔਰ ਸੰਰਕਸ਼ਣ ਦੇ ਰਹੀ। ਕੈਪਟਨ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਬਿਆਨ ਹੈ, ਹਤਾਸ਼ਾ ਔਰ ਨਿਰਾਸ਼ਾ ਨਾਲ ਭਰਿਆ ਹੈ। ਮਾਨਸਿਕ ਕੰਠਤਾ ਦੇ ਨਾਲ ਉਹਨਾਂ ਨੇ ਬਿਆਨ ਦਿੱਤਾ ਹੈ, ਕੈਪਟਨ ਸਾਹਿਬ, ਭਾਰਤੀ ਜਨਤਾ ਪਾਰਟੀ ਤੁਹਾਡੇ ਔਰ ਮੇਰੇ ਜਨਮ ਤੋਂ ਪਹਿਲਾਂ ਪੰਜਾਬ 'ਚ ਕੰਮ ਕਰ ਰਹੀ ਹੈ ਔਰ ਕੈਰੋ ਸ਼ਾਹੀ, ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ ਦਾ ਆਪਾਤਕਾਲ, ਐਮਰਜੈਂਸੀ ਦੀਆਂ ਜੇਲਾਂ ਭਾਰਤੀ ਜਨਤਾ ਪਾਰਟੀ ਨੂੰ ਰੋਕ ਨਹੀਂ ਸਕੀਆਂ ਔਰ ਦੂਜੀਆਂ ਪਾਰਟੀਆਂ ਨੂੰ ਦਬਾਉਣ ਦੀ, ਕੁਚਲਣ ਦੀ ਮਾਨਸਿਕਤਾ ਤੋਂ ਬਾਹਰ ਆਓ। ਭਾਰਤੀ ਜਨਤਾ ਪਾਰਟੀ ਲੋਕਤਾਂਤਰਿਕ ਪਾਰਟੀ ਹੈ, ਤੁਸੀਂ ਲੋਕਤਾਂਤਰਿਕ ਤਰੀਕਿਆਂ ਦੇ ਨਾਲ ਕੰਮ ਕਰੋ। ਅਸਮਾਜਿਕ ਤੱਤਵਾਂ ਨੂੰ, ਕਿਸਾਨਾਂ ਦੇ ਚੋਲੇ ਪਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਨਾ ਕਰੋ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੋਕਤਾਂਤਰਿਕ ਰਾਈਟ ਹੈ, ਆਪਣਾ ਪਕਸ਼ ਰੱਖਣ ਦਾ ਰਾਈਟ ਹੈ, ਇਹ ਕਿਹੜੀ ਡੈਮੋਕ੍ਰੇਸੀ ਅਸੀਂ ਲੀਡ ਕਰ ਰਹੇ ਹਾਂ ਪੰਜਾਬ 'ਚ, ਜਿਸ ਡੈਮੋਕ੍ਰੇਸੀ 'ਚ ਇੱਕ ਨੈਸ਼ਨਲ ਪੋਲੀਟੀਕਲ ਪਾਰਟੀ ਆਪਣਾ ਕੰਮ ਨਹੀਂ ਕਰ ਸਕਦੀ। ਇਹ ਵਿਅਕਤੀ ਦੀ ਆਜ਼ਾਦੀ ਤੇ ਹਮਲਾ ਨਹੀਂ ਹੈ। ਹਾਲਾਤ ਦਾ ਸਾਹਮਣਾ ਕੀਤਾ ਹੈ। ਵੋਟਾਂ ਵਾਲੇ ਦਿਨ ਖੁੱਲ ਕੇ ਬਾਹਰ ਆਓ, ਆਪਣੇ ਮਨਪਸੰਦ ਕੈਂਡੀਡੇਟ ਨੂੰ ਵੋਟਾਂ ਪਾਓ ਤਾਂ ਕਿ ਲੋਕਤੰਤਰ ਦੀ ਜਿੱਤ ਹੋਏ ਔਰ ਜਿਹੜੇ ਲੋਕਤੰਤਰ ਨੂੰ ਹਾਈਜੈਕ ਕਰਨਾ ਚਾਹੁੰਦੇ ਆ ਉਹਨਾਂ ਦੀ ਹਾਰ ਹੋਏ। ਲੋਕਤੰਤਰ ਦੇ ਅੰਦਰ ਇਹ ਫੇਲੂਰ ਕਿਹਦਾ ਗਿਣਿਆ ਜਾਏਗਾ ਅਗਰ ਰਾਜਨੀਤਿਕ ਪਾਰਟੀਆਂ ਇਸ ਉਤਸਵ ਦੇ ਅੰਦਰ ਆਪਣੀ ਪਾਰਟੀ, ਆਪਣੇ ਕੈਂਡੀਡੇਟ ਦਾ ਪ੍ਰਚਾਰ ਨਹੀਂ ਕਰ ਸਕਦੀਆਂ ਤੇ ਜਵਾਬਦੇਹੀ ਕਿਹਦੀ ਹੈ? ਜਾਖੜ ਦੇ ਪਾਰਟੀ ਦੇ ਮੁੱਖ ਮੰਤਰੀ ਦੀ ਜਵਾਬਦੇਹੀ ਹੈ, ਜਿਹੜੇ ਕਿ ਕਾਂਗਰਸ ਦੇ ਮੁੱਖ ਮੰਤਰੀ ਨਹੀਂ, ਪੂਰੀ ਸਟੇਟ ਦੇ ਮੁੱਖ ਮੰਤਰੀ ਨੇ, ਜਿਨ੍ਹਾਂ ਦੇ ਜੁਮੇ ਪੰਜਾਬ ਦੇ ਜਨਤਾ ਨੇ, ਜਿਨ੍ਹਾਂ ਤੇ ਵਿਸ਼ਵਾਸ ਕੀਤਾ ਸੀ ਇਹ ਕਾਨੂੰਨ ਵਿਵਸਥਾ ਬਣਾਉਣਗੇ। ਅੱਜ ਹਾਲਾਤ ਤੇ ਜਾਖੜ ਸਾਹਿਬ ਖੁਦ ਹੀ ਆਪਣੇ ਸਵਾਲ ਦੇ ਅੰਦਰ ਹੀ ਘਿਰੇ ਪਏ ਨੇ। ਦੇਖੋ, ਤੁਸੀਂ ਦੋਹਾਂ ਲੀਡਰਾਂ ਦੀਆਂ ਗੱਲਾਂ ਸੁਣੀਆਂ। ਨਿਗਮ ਚੋਣਾਂ ਦੇ ਨਾਲ ਨਾਲ ਕਿਸਾਨ ਅੰਦੋਲਨ ਦਾ ਮਸਲਾ ਵੀ ਹੈ ਔਰ ਬੀਜੇਪੀ ਨੂੰ ਕਿਤੇ ਨਾ ਕਿਤੇ, ਕੇਂਦਰੀ ਬੀਜੇਪੀ ਇਹ ਕਹਿ ਰਹੀ ਹੈ ਕਿ ਪੰਜਾਬ 'ਚ ਜਿਹੜੀ ਬੀਜੇਪੀ ਨੂੰ ਖੁੱਲ੍ਹ ਕੇ ਕੰਮ ਕਰਨ ਦੀ, ਆਪਣੇ ਲੋਕਤੰਤਰੀ ਹੱਕ ਵਰਤਣ ਦੀ ਇਜਾਜ਼ਤ ਨਹੀਂ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਹੈ। ਜੀ। ਆ ਤਰੁਣ ਚੁੱਗ ਦੇਖੋ, ਆਪਣਾ ਉਹਨਾਂ ਨੇ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲਿਆ। ਸੋ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਪੋਲੀਟੀਕਲ ਲਾਈਨ ਦੇ ਉੱਤੇ ਵੀ ਨੇ, ਇੱਕ ਦੂਸਰੇ ਤੇ ਰਾਜਨੀਤਿਕ ਅਟੈਕ ਵੀ ਹੋ ਰਹੇ ਨੇ ਔਰ ਪਾਰਲੀਮੈਂਟ ਦੇ ਵਿੱਚ ਖੇਤੀ ਕਾਨੂੰਨਾਂ ਤੇ ਬਹਿਸ ਹੋ ਰਹੀ ਹੈ, ਪ੍ਰਧਾਨ ਮੰਤਰੀ ਦਾ ਭਾਸ਼ਣ ਆ ਰਿਹਾ ਹੈ, ਕਿਸਾਨਾਂ ਦਾ ਅਗਲਾ ਪ੍ਰੋਗਰਾਮ ਐਲਾਨਿਆ ਜਾ ਰਿਹਾ ਹੈ ਔਰ ਵਿਰੋਧੀ ਧਿਰਾਂ ਨੂੰ ਕਿਸਾਨਾਂ 'ਚ ਜਾਣ ਦਾ ਮੌਕਾ ਵੀ ਮਿਲਣ ਲੱਗ ਗਿਆ, ਭਾਵੇਂ ਉਹ ਮਹਾ ਪੰਚਾਇਤ ਦੇ ਤੌਰ ਤੇ ਹੋਵੇ। ਜੀ। 26 ਜਨਵਰੀ ਤੋਂ ਪਹਿਲਾਂ ਜਿਹੜੇ ਲੀਡਰ ਨੇ ਪੋਲੀਟੀਕਲ, ਉਹ ਕਿਸਾਨਾਂ ਦੇ ਅੰਦੋਲਨ 'ਚ ਸਿੱਧੇ ਰੂਪ 'ਚ ਦਖਲ ਨਹੀਂ ਸੀ ਦੇ ਰਹੇ, ਮੰਚਾਂ ਤੇ ਨਹੀਂ ਸੀ ਜਾ ਰਹੇ, ਪਰ ਉਹ ਟਕੈਤ ਹੋਣੀ ਜਦੋਂ ਹੰਝੂ ਨਿਕਲੇ ਉਹਨਾਂ ਦੇ ਇਮੋਸ਼ਨਲ ਹੋ ਕੇ, ਉਸ ਤੋਂ ਬਾਅਦ ਗਾਜੀਪੁਰ ਬਾਰਡਰ ਤੇ ਪੋਲੀਟੀਕਲ ਲੋਕਾਂ ਲਈ ਵੀ ਰਾਹ ਖੋਲ੍ਹਣਾ ਸ਼ੁਰੂ ਹੋ ਗਿਆ। ਜੀ। ਹੁਣ ਮਹਾ ਪੰਚਾਇਤ 'ਚ ਜਾਣ ਲੱਗੇ ਪੋਲੀਟੀਕਲ ਲੋਕ।
ਸੋ ਮਸਲੇ ਦਾ ਸਿਆਸੀਕਰਨ ਵੀ ਨਾਲ ਹੋ ਰਿਹਾ ਸਾਰੇ ਪਾਸਿਓਂ। ਸੋ ਇਹ ਸਥਿਤੀਆਂ ਬੜੀਆਂ ਅਜੀਬੋ-ਗਰੀਬ ਨੇ ਗਗਨ। ਮੈਂ ਅੱਜ ਇਹ ਆਸ ਕਰੂੰਗਾ ਕਿ ਰੱਬ ਅਰਦਾਸ ਸੁਣੇ ਤੇ ਪ੍ਰਧਾਨ ਮੰਤਰੀ ਤੇ ਕਿਸਾਨਾਂ 'ਚ ਗੱਲ ਸ਼ੁਰੂ ਹੋ ਜਾਏ। ਮੇਰਾ ਮਨ ਕਹਿੰਦਾ ਪਤਾ ਨਹੀਂ ਕਿਉਂ ਜੀ ਵੀ ਅਗਰ ਪ੍ਰਧਾਨ ਮੰਤਰੀ ਔਰ ਕਿਸਾਨਾਂ ਦੀ ਗੱਲ ਆਪਸ 'ਚ ਹੋ ਗਈ, ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਜਿੱਦਣ ਪ੍ਰਧਾਨ ਮੰਤਰੀ ਬਰੀਕੀ ਨਾਲ ਸਮਝ ਗਏ ਦਰਦ ਕਿਸਾਨਾਂ ਦਾ ਅਸਲੀ ਵੀ ਹੈ ਕੀ ਹੈ ਹਕੀਕਤ 'ਚ, ਜ਼ਮੀਨੀ ਤੌਰ ਤੇ ਕਿਉਂ ਸਾਡੇ ਖਿੱਤੇ ਦੇ ਕਿਸਾਨ ਇੰਨੇ ਦੁਖੀ ਨੇ, ਤੇ ਇਹ ਮਸਲੇ ਦਾ ਹੱਲ ਨਿਕਲ ਆਉਣਾ ਹੈ। ਸੋ ਹੁਣ ਕਿਸਾਨਾਂ ਦੇ ਉੱਤੇ ਹੈ। ਕਿਸਾਨ ਅਗਰ ਪਹਿਲ ਕਰਦੇ ਨੇ ਪ੍ਰਧਾਨ ਮੰਤਰੀ ਉਹਨਾਂ ਨੂੰ, ਜਦੋਂ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਇੱਕ ਫੋਨ ਕਾਲ ਦੂਰ ਆ, ਤੇ ਕਿਸਾਨ ਪ੍ਰਧਾਨ ਮੰਤਰੀ ਤੋਂ ਹੀ ਸਮਾਂ ਮੰਗ ਲੈਣ ਵੀ ਅਸੀਂ ਨਿੱਜੀ ਤੌਰ ਤੇ ਆਪਣਾ ਦੁੱਖ ਤੁਹਾਨੂੰ ਦੱਸਣਾ ਹੈ। ਜੀ ਮੀਟਿੰਗਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਅਲੱਗ ਛੱਡ ਦੇਣ ਵੀ ਅਸੀਂ ਨਿੱਜੀ ਤੌਰ ਤੇ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਦੁੱਖ ਸੁਣਾਉਣਾ ਚਾਹੁੰਦੇ ਹਾਂ ਆ ਕੇ। ਹੋ ਸਕਦਾ ਪ੍ਰਧਾਨ ਮੰਤਰੀ ਕੋਈ ਨਵਾਂ ਰਾਹ ਫਾਰਮੂਲਾ ਕੱਢ ਦੇਣ। ਜੀ ਇਹ ਮੇਰਾ ਵਿਚਾਰ ਹੈ। ਬਿਲਕੁਲ। ਸੋ ਸਾਰਿਆਂ ਦੇ ਆਪਣੇ ਆਪਣੇ ਵਿਚਾਰ ਨੇ। ਸੋ ਹੋ ਸਕਦਾ ਕਿਸੇ ਨੂੰ ਮੇਰਾ ਵਿਚਾਰ ਨਾ ਵੀ ਪਸੰਦ ਆਵੇ, ਜੀ ਪਰ ਮੇਰਾ ਮਨ ਕਹਿੰਦਾ ਵੀ ਇੱਕ ਵਾਰੀ ਕਿਸਾਨ ਜ਼ਰੂਰ ਪ੍ਰਧਾਨ ਮੰਤਰੀ ਨੂੰ ਮਿਲਣ। ਜੀ ਬਿਲਕੁਲ। ਸੋ ਹੁਣ ਇਸੀ ਆਸ ਉਮੀਦ ਦੇ ਨਾਲ ਅੱਗੇ ਸਾਰਿਆਂ ਨੂੰ ਵਧਣਾ ਪਵੇਗਾ, ਕਿਉਂਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਹੈ, ਉਧਰ ਕਿਸਾਨ ਮੀਟਿੰਗ ਕਰਨ ਦੇ ਲਈ ਤਿਆਰ ਨੇ। ਉਹਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਨੰਬਰ ਦੱਸਿਆ ਜਾਵੇ। ਬੀਤੇ ਦਿਨੀ ਰਕੇਸ਼ ਟਕੈਤ ਹੋਣਾ ਦਾ ਬਿਆਨ ਸੀ ਕਿ ਸਾਨੂੰ ਨੰਬਰ ਦੱਸੋ, ਅਸੀਂ ਕਾਲ ਕਰਦੇ ਹਾਂ ਤੇ ਅਸੀਂ ਗੱਲਬਾਤ ਕਰਦੇ ਹਾਂ। ਸੋ ਇਹਨਾਂ ਸਾਰੇ ਰੇੜਕਿਆਂ ਨੂੰ ਮੁਕਾਉਣਾ ਪੈਣਾ, ਮੁਕਾ ਕੇ ਹੀ ਕਿਸਾਨੀ ਅੰਦੋਲਨ ਦਾ ਹੱਲ ਨਿਕਲਣਾ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਦੀ ਕਿਸਾਨਾਂ ਦੇ ਬਹੁਤ ਹੰਢਾਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅੰਦੋਲਨ ਅੱਗੇ ਵੱਧਦਾ ਹੈ ਤਾਂ ਗਰਮੀ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਪੈਣੀ ਹੈ। ਸੋ ਇਸ ਕਰਕੇ ਇੰਨਾ ਲੰਬਾ ਕਿਸਾਨੀ ਅੰਦੋਲਨ ਨਾ ਜਾਵੇ, ਜਿਸ ਤਰ੍ਹਾਂ ਅਕਤੂਬਰ ਤੱਕ ਦਾ ਐਲਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ। ਸੋ ਅਜਿਹੀਆਂ ਸਥਿਤੀਆਂ ਨਾ ਬਣਨ ਤੇ ਜਲਦ ਤੋਂ ਜਲਦ ਹੱਲ ਨਿਕਲੇ, ਇਸੇ ਆਸ ਉਮੀਦ ਦੇ ਨਾਲ ਅੱਜ ਦੇ ਪ੍ਰੋਗਰਾਮ 'ਚ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।